Smoking and consumption of alcohol are injurious to health. ਅੱਛ ਕੁਛ ਵੀ ਹੋ ਸਕਦਾ ਗਾ ਜੀ ਸਕਦਾ ਕੋਈ ਕੋਈ ਮਰ ਸਕਦਾ ਗਾ ਇਹ ਹੈ ਕ੍ਰਾਈਮ ਪੰਜਾਬ ਇਹ ਹੈ ਕ੍ਰਾਈਮ ਪੰਜਾਬ ਕ੍ਰਾਈਮ ਪੰਜਾਬ थोड़ी चेर लाइट आ जाएगी। ਅੱਜ ਇਨਵਰਟਰ ਵੀ ਜਲਦੀ ਬੰਦ ਹੋ ਗਿਆ ਮੰਮੀ। उस लिए पता अज लाइट कई बार जा चुकी है, अज इन्वर्टर चार्ज ही नहीं होया। ਐਸੇ ਲਈ ਜਲਦੀ ਬੰਦ ਹੋ ਗਿਆ। तू तो पुत नेरे ते ठहरी जाना, अपनी दीदी ने फोन कर ला। ਹਾਂ ਠੀਕ ਹੈ ਮੰਮੀ, ਮੈਂ ਹੁਣੇ ਦੀਦੀ ਨੂੰ ਫੋਨ ਕਰਦਾ। की गल पुत दुखी क्या हो गया? ਮੰਮੀ ਦੀਦੀ ਦਾ ਫੋਨ ਤਾਂ ਬੰਦ ਆ ਰਿਹਾ। कोई गल नहीं पुत, तेरी मिस कॉल लेके दीदी आप ही फोन ला लूगी। ਕੀ ਹੋਇਆ ਮੰਮੀ? कुछ नहीं होया पुत, तू डर ना। ਜਮਜੂਤ ਆ ਨਰਕ ਚੋਂ ਆਇਆ ਸਿੱਧਾ ਉੱਥੇ ਤੁਹਾਨੂੰ ਲੈ ਕੇ ਜਾਣ ਲਈ। सूरज ਜਿਹੜੇ ਤੋਂ ਕੱਲ ਬੜੇ ਬੇਰਹਿਮੀ ਨਾਲ ਕਤਲ ਹੋਏ ਨਾ, ਮੈਨੂੰ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਸੰਕੇਤ ਬੜਾ ਮਾੜਾ ਲੱਗਦਾ। ਮੈਨੂੰ ਤਾਂ ਤੁਹਾਡੀ ਗੱਲ ਠੀਕ ਲੱਗਦੀ ਹੈ ਸਰ। ਛੋਟੇ ਜਿਹੇ ਮਾਸੂਮ ਬੱਚੇ ਨੂੰ ਮਾਰਨ ਵਾਲਾ ਕਾਤਲ ਬੜਾ ਬੇਰਹਿਮ ਹੋਊ। ਹਰ ਕਾਤਲ ਬੇਰਹਿਮ ਹੀ ਹੁੰਦਾ, ਤਾਂ ਹੀ ਤਾਂ ਕਾਨੂੰਨ ਉਹਨੂੰ ਸਜ਼ਾ ਦਿੰਦਾ। ਬਾਕੀ ਸਰ ਤੁਸੀਂ ਬੇਫਿਕਰ ਰਹੋ, ਮੈਂ ਇਹ ਕੇਸ ਜਲਦੀ ਤੋਂ ਜਲਦੀ ਹੱਲ ਕਰ ਦੂੰ। ਵੈਰੀ ਗੁੱਡ ਸੂਰਜ, ਮੈਨੂੰ ਤੇਰੇ ਤੋਂ ਇਹੀ ਉਮੀਦ ਸੀ। ਇਹ ਕੇਸ ਜਿੰਨੀ ਜਲਦੀ ਹੱਲ ਹੋ ਜਾਵੇ ਨਾ ਉਨਾ ਹੀ ਚੰਗਾ ਹੈ, ਕਿਉਂਕਿ ਸਾਰਾ ਸ਼ਹਿਰ ਬੜਾ ਡਰਿਆ ਪਿਆ ਤੇ ਮੈਨੂੰ ਵੀ ਬੜੇ ਉੱਪਰੋਂ ਫੋਨ ਆ ਰਹੇ ਆ। ਸਰ ਤੁਸੀਂ ਖੁਦ ਚੱਲ ਕੇ ਮੇਰੇ ਕੋਲੇ ਆਏ ਹੋ, ਮੈਂ ਇਸੇ ਗੱਲ ਤੋਂ ਅੰਦਾਜ਼ਾ ਲਾ ਲਿਆ ਕਿ ਮਾਮਲਾ ਕਾਫੀ ਗੰਭੀਰ ਆ। ਮਾਮਲਾ ਤਾਂ ਬੜਾ ਗੰਭੀਰ ਹੋਣਾ ਹੀ ਹੈ। ਕਾਤਲ ਦੀ ਹਿੰਮਤ ਤਾਂ ਦੇਖ, ਕਿੱਦਾਂ ਘਰੇ ਆ ਕੇ ਕਤਲ ਕਰਕੇ ਗਿਆ, ਉਹ ਵੀ ਪੂਰੀ ਸੰਘਣੀ ਆਬਾਦੀ ਦੇ ਵਿੱਚ ਘਰ ਹੈ। ਹਾਂ ਸਰ, ਇਸ ਬਾਰੇ ਮੈਂ ਸਾਰੀਆਂ ਡਿਟੇਲਾਂ ਅਖਬਾਰ 'ਚੋਂ ਪੜ੍ਹ ਲਈਆਂ, ਪਰ ਇੱਕ ਹੈਰਾਨ ਕਰਨ ਵਾਲੀ ਗੱਲ ਆ ਵੀ ਕਾਤਲ ਨੇ ਘਰ ਦੇ ਕਿਸੇ ਸਮਾਨ ਨੂੰ ਹੱਥ ਤੱਕ ਨਹੀਂ ਲਾਇਆ। ਇਸੇ ਗੱਲ ਤੋਂ ਤਾਂ ਸੂਰਜ ਮੈਂ ਪਰੇਸ਼ਾਨ ਹਾਂ ਕਿ ਕਾਤਲ ਚੋਰੀ ਕਰਕੇ ਤਾਂ ਕੋਈ ਨਹੀਂ ਲੱਗਦੇ, ਪਰ ਮੈਂ ਸੋਚਦਾ ਹਾਂ ਕਿ ਉਹ ਬੱਚੇ ਦਾ ਤੇ ਔਰਤ ਦਾ ਵੀ ਕਿਸੇ ਨਾਲ ਕੀ ਦੁਸ਼ਮਣੀ ਹੋ ਸਕਦੀ ਹੈ। ਜਾਣੀ ਕਿ ਕਾਤਲ ਦਿਮਾਗੀ ਬਿਮਾਰ ਆ, ਬੜੇ ਹੀ ਕਤਲ ਕਰੂ। ਸ਼ਰਮ, ਮੈਂ ਉਹਨੂੰ ਇੰਨਾ ਮੌਕਾ ਹੀ ਨਹੀਂ ਦੇਣਾ। ਬਿਲਕੁਲ ਸੂਰਜ, ਪੂਰੀ ਤਰ੍ਹਾਂ ਹੁਸ਼ਿਆਰ ਹੋ ਜਾ। ਕਾਤਲ ਕਿਸੇ ਵੀ ਤਰ੍ਹਾਂ ਬਚਣਾ ਨਹੀਂ ਚਾਹੀਦਾ ਤੇ ਮੈਨੂੰ ਨਮੋਸ਼ੀ ਨਹੀਂ ਚੱਲਣੀ ਚਾਹੀਦੀ। ਲਖਾ ਸਿੰਘ ਜੀ ਸਰ। ਆਪਣਾ ਦੁਪਹਿਰ ਤੋਂ ਬਾਅਦ ਜਿੱਥੇ ਕਤਲ ਹੋਏ ਨੇ ਉਹ ਘਰੇ ਚੱਲਾਂਗੇ, ਸ਼ਾਇਦ ਕਾਤਲ ਬਾਰੇ ਕੋਈ ਸਬੂਤ ਹੀ ਮਿਲ ਜੇ ਉੱਥੋਂ। ਕਾਤਲ ਬਾਰੇ ਭਲਾ ਮੈਂ ਕੀ ਜਾਣਾ? ਕੌਣ ਸੀ? ਉਹਦੀ ਮੇਰੀ ਮੰਮੀ ਤੇ ਭਰਾ ਨਾਲ ਪਤਾ ਨਹੀਂ ਕੀ ਦੁਸ਼ਮਣੀ ਸੀ। ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ। ਤੂੰ ਆਪਣੇ ਦਿਮਾਗ ਤੇ ਇੰਨਾ ਬੋਝ ਨਾ ਪਾ, ਤੇਰੀ ਤਬੀਅਤ ਖਰਾਬ ਹੋ ਜੂ।
ਤੂੰ ਤਬੀਅਤ ਦੀ ਗੱਲ ਕਰਦੀ ਆ, ਮੇਰੀ ਤਾਂ ਸਾਰੀ ਜ਼ਿੰਦਗੀ ਖਰਾਬ ਆ। ਹੁਣ ਮੈਂ ਕੀ ਕਰਾਂ? ਮੇਰਾ ਤਾਂ ਕੋਈ ਆਪਣਾ ਰਿਹਾ ਹੀ ਨਹੀਂ। ਇੱਕ ਮਾਮਾ, ਉਹ ਵੀ ਜਮਾਂ ਨਿਕੰਮਾ। ਤੂੰ ਦਿਲ ਛੋਟਾ ਨਾ ਕਰ ਸਿਮਰਨ, ਮੈਂ ਵੀ ਤੇ ਤੇਰੀ ਆਪਣੀ ਆ। ਨਾਲੇ ਮੇਰਾ ਦਿਲ ਕਹਿੰਦਾ ਆਉਣ ਵਾਲਾ ਵਕਤ ਤੇਰੇ ਸਾਰੇ ਜ਼ਖਮ ਭਰ ਜੂ। ਜੀ ਕਿਹਨੂੰ ਮਿਲਣਾ ਤੁਸੀਂ? ਹਾਂ ਸਿਮਰ। ਹਾਂਜੀ, ਮੇਰਾ ਨਾਂ ਹੀ ਸਿਮਰਾ। ਤੁਸੀਂ ਡੀਐਸਪੀ ਸੂਰਜ ਸਹੀ ਪਛਾਣਿਆ ਨਾ ਮੈਂ? ਬਿਲਕੁਲ ਠੀਕ। ਹਾਂ, ਪਰ ਤੁਸੀਂ ਮੈਨੂੰ ਪਹਿਚਾਨਿਆ ਕਿਵੇਂ? ਮੈਨੂੰ ਖਬਰਾਂ ਦੇਖਣ ਤੇ ਸੁਣਨ ਦਾ ਬੜਾ ਹੀ ਸ਼ੌਂਕ ਆ। ਉੱਥੇ ਤੁਹਾਡੀ ਬਹਾਦਰੀ ਦੇ ਕਿੱਸੇ ਆਮ ਹੀ ਚੱਲਦੇ ਰਹਿੰਦੇ ਆ। ਤੁਸੀਂ ਬਿਲਕੁਲ ਠੀਕ ਕਿਹਾ ਜੀ। ਸੂਰਜ ਸਾਹਿਬ ਨੇ ਤਾਂ ਬਹੁਤ ਵੱਡੇ ਵੱਡੇ ਕੇਸ ਹੱਲ ਕੀਤੇ ਆ। ਤੇ ਹੁਣ ਜਿਹੜੇ ਕੇਸ ਬਾਰੇ ਮੈਂ ਜਾਣਨ ਆਇਆ ਉਹਦੇ ਬਾਰੇ ਚ ਮੈਨੂੰ ਖੁੱਲ੍ਹ ਕੇ ਦੱਸੋ, ਕਦੋਂ ਕੀ ਤੇ ਕੀ ਹੋਇਆ? ਮੈਨੂੰ ਇਸ ਘਟਨਾ ਬਾਰੇ ਜ਼ਿਆਦਾ ਤਾਂ ਨਹੀਂ ਪਤਾ, ਕਿਉਂਕਿ ਮੈਂ ਪੜ੍ਹਦੀ ਆ ਤੇ ਬਾਹਰ ਹੋਸਟਲ 'ਚ ਰਹਿੰਦੀ ਆ। ਵੈਸੇ ਮਰਨ ਵਾਲੇ ਫੋਨ ਤੇ ਤਾਂ ਤੇਰੇ ਨਾਲ ਟੱਚ ਤੇ ਹੀ ਰਹਿੰਦੇ ਹੁਣ। ਹਾਂਜੀ, ਜਿਸ ਦਿਨ ਇਹ ਘਟਨਾ ਹੋਈ ਆ ਉਸ ਦਿਨ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ। ਕਿੰਨੇ ਵਜੇ? ਆਈ ਰਾਤ ਦੇ 10 ਵਜੇ ਹੋਣਗੇ। ਕੀ ਗੱਲ ਹੋਈ ਸੀ ਮੈਨੂੰ ਡਿਟੇਲ 'ਚ ਦੱਸੋ, ਕਿਉਂਕਿ ਇਹ ਹਾਦਸਾ ਵੀ ਨਾ 10 10:30 ਦੇ ਨਜ਼ਦੀਕ ਹੀ ਹੋਇਆ ਸੀ। ਕੋਈ ਗੱਲ ਵੀ ਨਹੀਂ ਹੋਈ, ਮੇਰਾ ਫੋਨ ਬੰਦ ਸੀਗਾ। ਉਸ ਦਿਨ ਮੇਰਾ ਪੇਪਰ ਸੀ ਤੇ ਫੋਨ ਚਾਰਜ ਲਾਉਣਾ ਭੁੱਲ ਗਈ। ਓਕੇ, ਤੇ ਫਿਰ ਤੁਹਾਨੂੰ ਕਦੋਂ ਪਤਾ ਲੱਗਿਆ ਉਹਨਾਂ ਦੋਹਾਂ ਦੇ ਕਤਲ ਬਾਰੇ? ਕੀ ਤੁਸੀਂ ਦੁਬਾਰਾ ਫੋਨ ਲਾਇਆ ਸੀ? ਜੀ ਜਦੋਂ ਮੈਂ ਸਵੇਰੇ ਫੋਨ ਖੋਲ੍ਹਿਆ ਉਹਦੀ ਪੁਲਿਸ ਦੇ ਨੰਬਰ ਤੋਂ ਮੈਨੂੰ ਕਾਲ ਆ ਗਈ ਤੇ ਇਸ ਘਟਨਾ ਬਾਰੇ ਦੱਸਿਆ। ਇਸ ਤੋਂ ਪਹਿਲਾਂ ਤੁਹਾਡੀ ਮੰਮੀ ਨੇ ਕਦੇ ਕਿਸੇ ਖਤਰੇ ਬਾਰੇ ਤੁਹਾਡੇ ਨਾਲ ਗੱਲਬਾਤ ਕੀਤੀ ਸੀ? ਕੋਈ ਵੀ ਨਹੀਂ, ਅਸੀਂ ਲਗਭਗ ਰੋਜ਼ ਹੀ ਗੱਲ ਕਰਦੇ ਸੀ, ਪਰ ਮੰਮੀ ਨੇ ਅਜਿਹੀ ਕੋਈ ਗੱਲ ਨਹੀਂ ਕੀਤੀ ਵੀ ਜਿਸ ਤੋਂ ਲੱਗਦਾ ਹੋਵੇ ਵੀ ਉਹਨਾਂ ਦੀ ਜਾਨ ਨੂੰ ਖਤਰਾ। ਚਲੋ ਕੋਈ ਨਾ, ਫਿਰ ਵੀ ਇਸ ਕੇਸ ਬਾਰੇ ਕੋਈ ਜਾਣਕਾਰੀ ਤੁਹਾਨੂੰ ਮਿਲੇ ਜਾਂ ਕੋਈ ਗੱਲ ਹੋਰ ਯਾਦ ਆ ਜਾਏ ਤਾਂ ਮੇਰਾ ਨੰਬਰ ਨੋਟ ਕਰ ਲਓ। ਲੱਖਾ ਸਿੰਘ। ਜੀ ਸਰ। ਲੱਖਾ ਸਿੰਘ ਲਿਖਾ ਮੇਰਾ ਨੰਬਰ। ਦਿਖਾ ਦਿਆ ਜੀ। 9724। ਸੂਰਜ ਸਰ, ਮੇਰਾ ਦਿਲ ਤਾਂ ਨਹੀਂ ਕਰਦਾ ਕਹਿਣ ਨੂੰ, ਪਰ ਫਿਰ ਵੀ ਕਹਿ ਰਹੀ ਆ ਕਿ ਕਾਤਲ ਬਚਣਾ ਨਹੀਂ ਚਾਹੀਦਾ। ਤੈਨੂੰ ਲੱਗਦਾ ਵੀ ਮੇਰੇ ਹੁੰਦੇ ਕਾਤਲ ਬਚ ਜੂ? ਵੈਰੀ ਗੁੱਡ। ਕੁਛ ਜ਼ਿਆਦਾ ਹੀ ਸਮਾਰਟ ਲੱਗਦਾ ਨਹੀਂ ਹੈਗਾ ਹੀ ਆ, ਤਾਂ ਹੀ ਤਾਂ ਮੁਜਰਮ ਉਹਦੇ ਨਾਂ ਤੋਂ ਥਰ ਕੰਬਦੇ ਆ। ਜਦੋਂ ਵੀ ਕੋਈ ਕਤਲ ਹੁੰਦਾ ਤਾਂ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ, ਪਰ ਇਹਨਾਂ ਕਤਲਾਂ ਪਿੱਛੇ ਮੈਨੂੰ ਕੋਈ ਕਾਰਨ ਹੀ ਨਜ਼ਰ ਨਹੀਂ ਆ ਰਿਹਾ। ਹੋ ਸਕਦਾ ਸਾਹਿਬ ਇਹ ਕਤਲ ਜ਼ਮੀਨ ਕਰਕੇ ਹੋਏ ਹੋਣ, ਕਿਉਂਕਿ ਮੈਂ ਸੁਣਿਆ ਮਰਨ ਵਾਲੇ ਦੇ ਨਾਂ 150 ਕਿੱਲਾ ਜ਼ਮੀਨ ਸੀ ਜਿਹੜੀ ਉਹਨੇ ਠੇਕੇ ਤੇ ਦੇ ਰੱਖੀ ਆ। ਅਗਰ ਤੇਰੀ ਥਿਊਰੀ ਮੁਤਾਬਕ ਦੇਖਿਆ ਜਾਵੇ ਫਿਰ ਤਾਂ ਸਿਮਰ ਦੀ ਜਾਨ ਨੂੰ ਵੀ ਬਹੁਤ ਜ਼ਿਆਦਾ ਖਤਰਾ, ਕਿਉਂਕਿ ਉਹ ਜ਼ਮੀਨ ਦੀ ਹੁਣ ਉਹ ਕੱਲੀ ਮਾਲਕ ਆ। ਬਿਲਕੁਲ ਸਾਹਿਬ, ਤੁਸੀਂ ਸਮਝ ਲਓ ਉਹਦਾ ਵੀ ਕਤਲ ਹੋਇਆ ਹੀ ਸਮਝੋ। ਸ਼ਟ ਅਪ। ਅਗਰ ਐਂ ਕਤਲ ਹੋਣ ਲੱਗ ਪਏ ਫਿਰ ਆਪਣੇ ਹੋਣ ਦਾ ਕੀ ਫਾਇਦਾ? ਉਹ ਯਾਰ ਇਹ ਸਭ ਨੂੰ ਰੋਕਣ ਲਈ ਸਰਕਾਰ ਆਪਾਂ ਨੂੰ ਤਨਖਾਹ ਦਿੰਦੀ ਆ। ਸੌਰੀ ਸਰ, ਮੈਂ ਥੋੜਾ ਜਿਹਾ ਜਜ਼ਬਾਤੀ ਹੋ ਗਿਆ ਸੀ। ਵੈਸੇ ਕਤਲ ਹੁੰਦੇ ਤਾਂ ਬਹੁਤ ਕਮੀਨੇ ਆ, ਪਰ ਮਿੰਟ ਬਾਅਦ ਦੇ ਕਤਲ ਕਰਨ ਲੱਗੇ। ਫਿਰ ਸਜ਼ਾ ਵੀ ਦੇਖ ਤੂੰ ਉਹਨਾਂ ਨੂੰ ਕੀ ਮਿਲਦੀ ਆ, ਫਾਂਸੀ। ਤੜਪ ਤੜਪ ਕੇ ਮਰਦੇ ਨੇ ਉਹ। ਹਾਂ ਇਹ ਗੱਲ ਤਾਂ ਹੈਗੀ ਆ ਸਾਹਿਬ, ਹਰ ਕਤਲ ਦਾ ਇੱਕ ਨਾ ਇੱਕ ਦਿਨ ਇਹੀ ਅਸਰ ਹੁੰਦਾ। ਬਿਲਕੁਲ ਠੀਕ ਕਿਹਾ ਤੂੰ ਲੱਖਾ ਸਿੰਘ। ਇਹ ਕਤਲ ਜਿਹਨੇ ਵੀ ਕੀਤੇ ਆ ਅੱਗੇ ਤੂੰ ਆਪ ਹੀ ਸਮਝਦਾਰ ਆ, ਮੈਂ ਉਹਦੇ ਨਾਲ ਕੀ ਕਰਾਂ। ਉਹਦੀਆਂ ਸਾਰੀਆਂ ਹੱਡੀਆਂ ਤੋੜ ਦੋਗੇ ਸਾਹਿਬ, ਸਾਹਮਣੇ ਹੁੰਦੇ ਸਾਰ। ਯੂ ਆਰ ਰਾਈਟ ਲੱਖਾ ਸਿੰਘ। ਮੈਂ ਤਾਂ ਕਹਿੰਦੀ ਆਪਾਂ ਸੂਰਜ ਨੂੰ ਫੋਨ ਕਰ ਦਿੰਦੇ ਆ, ਉਹ ਹੁਣੇ ਆ ਜਾਵੇ ਇੱਥੇ। ਗੱਲ ਤਾਂ ਐ ਕਰ ਰਹੇ ਆ ਜਿਵੇਂ ਉਹਦੀ ਗਰਲਫ੍ਰੈਂਡ ਨੇ, ਮੈਂ 1 ਮਿੰਟ 'ਚ ਫੋਨ ਕਰੂ ਤੇ ਉਹ ਹਾਜ਼ਰ ਹੋ ਜੂ। ਕਾਸ਼ ਕਿਤੇ ਉਹ ਮੇਰਾ ਬॉयਫ੍ਰੈਂਡ ਹੁੰਦਾ, ਮੈਂ ਤਾਂ ਉਹਦੀ ਡਿਊਟੀ ਇੱਥੇ ਹੀ ਲਾ ਲੈਣੀ ਸੀ, ਫਿਰ ਕੋਈ ਡਰ ਨਹੀਂ ਸੀ। ਬੜਾ ਯਕੀਨ ਆ ਤੈਨੂੰ ਉਹਦੇ ਤੇ। ਮੈਂ ਉਹਦੀ ਬਹਾਦਰੀ ਦੇ ਇੰਨੇ ਕਿੱਸੇ ਸੁਣ ਚੁੱਕੀ ਆ ਕਿ ਕੋਈ ਮੁਜਰਮ ਉਹਦਾ ਮੁਕਾਬਲਾ ਨਹੀਂ ਕਰ ਸਕਦਾ। ਯਾਰ ਸਹਿਨਾਜ, ਤੂੰ ਤਾਂ ਜਮਾ ਉਹਦੇ ਪਿੱਛੇ ਪਾਗਲ ਹੋਈ ਪਈ ਆ। ਸਿਮਰ ਤੇਰੀ ਗੱਲ ਬਿਲਕੁਲ ਠੀਕ ਆ, ਪਰ ਕੀ ਫਾਇਦਾ, ਉਹ ਤਾਂ ਮੈਨੂੰ ਜਾਣਦਾ ਤੱਕ ਨਹੀਂ। ਅਗਰ ਤੇਰੇ ਲੱਛਣ ਆ ਹੀ ਰਹੇ ਨਾ, ਤੈਨੂੰ ਜਾਣਨ ਦੇ ਨਾਲ ਨਾਲ ਪਛਾਣਨ ਵੀ ਲੱਗ ਜੂ। ਵੈਸੇ ਮੈਨੂੰ ਆ ਤੇਰੀ ਗੱਲ ਜਮਾਂ ਸੱਚੀ ਲੱਗਦੀ ਆ, ਪਰ ਹਾਂ ਡਰ ਤਾਂ ਬਹੁਤ ਲੱਗ ਰਿਹਾ। ਪਰ ਚੱਲ ਲਾਈਟ ਬੰਦ ਕਰ, ਆਪਾਂ ਸੌਂ ਜਾਂਦੇ ਆ। ਨਹੀਂ ਨਹੀਂ, ਲਾਈਟ ਨਹੀਂ ਬੰਦ ਕਰਨੀ, ਮੈਨੂੰ ਡਰ ਲੱਗਦਾ। ਚੱਲਦੀ ਲਾਈਟ 'ਚ ਮੈਨੂੰ ਬਹੁਤ ਡਰ ਲੱਗਦਾ ਕਿ ਕਾਤਿਲ ਆਪਾਂ ਨੂੰ ਬੈਠੇ ਦੇਖ ਲੂ ਤੇ ਨੇਰੇ 'ਚ ਉਹ ਸਮਝੂ ਕੋਈ ਕਰੀਆ ਨਹੀਂ, ਤੇ ਜੇ ਆ ਵੀ ਗਿਆ ਤਾਂ ਉਹ ਵਾਪਸ ਮੁੜ ਜੂ। ਹੈ ਨਾ ਮੇਰੀ ਗੱਲ ਜਮਾਂ ਸਹੀ? ਚੰਗਾ ਮੇਰੀ ਮਾਂ, ਕਰ ਦਿੰਨੀ ਆ ਲਾਈਟ ਬੰਦ, ਤੂੰ ਖੁਸ਼ ਹੋ ਜਾ।
ਤੂੰ ਆਪ ਤਾਂ ਡਰੀ ਜਾਨੀ ਆ, ਨਾਲ ਮੈਨੂੰ ਵੀ ਡਰਾਈ ਜਾਨੀ ਆ। ਚੱਲ ਉੱਠ ਦੇਖਦੇ ਆ। ਗੇਟ ਤਾਂ ਬੰਦ ਆ ਤੇ ਅੰਦਰ ਵੀ ਕੋਈ ਨਹੀਂ। ਕਰਦਾ ਲਾਈਟ ਬੰਦ? ਨਹੀਂ ਨਹੀਂ, ਰਹਿਣ ਦੇ, ਚੱਲਦੀ। ਚਲ ਠੀਕ ਆ, ਤੇਰੀ ਮਰਜ਼ੀ। ਲੱਗਦਾ ਇਹ ਤਾਂ ਮਰ ਗਿਆ। ਹੁਣ ਆਪਾਂ ਕੀ ਕਰੀਏ? ਮੈਂ ਤਾਂ ਕਹਿੰਦੀ ਆਪਾਂ ਸੂਰਜ ਨੂੰ ਫੋਨ ਕਰ ਦਿੰਨੇ ਆ। ਉਹ ਪੁਲਿਸ ਵਾਲਾ ਇਹਦੇ ਖੂਨ ਦਾ ਇਲਜ਼ਾਮ ਆਪਣੇ ਤੇ ਹੀ ਲਗਾ ਦੂ। ਨਹੀਂ ਨਹੀਂ, ਉਹਨੂੰ ਫੋਨ ਨਹੀਂ ਕਰਨਾ। ਫਿਰ ਇਸ ਲਾਸ਼ ਦਾ ਕੀ ਕਰੀਏ? ਇਹਦੀ ਲਾਸ਼ ਨੂੰ ਸਕੂਟਰੀ ਤੇ ਚੱਕ ਕੇ ਲੈ ਜਾਂਦੇ ਆਗੇ, ਜੰਗਲ 'ਚ ਸ਼ਹਿਰੋਂ ਬਾਹਰ ਸੁੱਟ ਆਉਂਦੇ ਆ ਤੇ ਆਪਣੇ ਤੇ ਕਿਸੇ ਨੂੰ ਸ਼ੱਕ ਨਹੀਂ ਹੋਣਾ। ਹਾਂ ਆਹੀ ਠੀਕ ਰੂ। ਚੱਲ ਚੱਕ। ਨਹੀਂ ਨਹੀਂ, ਪਹਿਲਾਂ ਬਾਹਰ ਦੇਖ ਆਉਂਦੇ ਆ, ਕੋਈ ਹੈ ਤਾਂ ਨਹੀਂ। ਠੀਕ ਆ ਚੱਲ। ਬਾਹਰ ਤਾਂ ਆਪਾਂ ਨੂੰ ਦੇਖਣ ਵਾਲਾ ਕੋਈ ਨਹੀਂ। ਚੱਲ ਚੱਕ ਕੇ ਲਿਆਈਏ ਲਾਸ਼। ਹੈ ਲਾਸ਼ ਕਿੱਥੇ ਗਾਇਬ ਹੋ ਗਈ? ਮੈਨੂੰ ਤਾਂ ਬਹੁਤ ਡਰ ਲੱਗ ਰਿਹਾ। ਹੁਣ ਤਾਂ ਮੈਨੂੰ ਵੀ ਡਰ ਲੱਗਣ ਲੱਗ ਗਿਆ। ਆ ਕੀ ਹੋਈ ਜਾਂਦਾ ਆਪਣੇ ਨਾਲ? ਤੁਸੀਂ ਇੱਥੇ? ਤੇਰੇ ਘਰ ਗਿਆ ਸੀ ਤੈਨੂੰ ਮਿਲਣ, ਉੱਥੇ ਲੌਕ ਲੱਗਿਆ ਸੀ, ਤੂੰ ਮਿਲੀ ਨਹੀਂ। ਮੈਂ ਵਾਪਸ ਆ ਰਿਹਾ ਸੀ, ਇੱਥੇ ਤੂੰ ਅਚਾਨਕ ਹੀ ਮਿਲ ਗਈ। ਮੇਰੀ ਫਰੈਂਡ ਅੱਜ ਆਪਣੇ ਘਰੇ ਗਈ ਵੀ ਆ। ਮੇਰਾ ਇਕੱਲੀ ਦਾ ਦਿਲ ਘਬਰਾ ਰਿਹਾ ਸੀ, ਇਸੇ ਲਈ ਇੱਥੇ ਆ ਗਈ। ਤੁਸੀਂ ਦੱਸੋ ਮੈਨੂੰ ਕਿਉਂ ਮਿਲਣਾ ਸੀ? ਤੇਰੀ ਮੰਮੀ ਤੇ ਤੇਰੇ ਭਰਾ ਦੇ ਕਤਲ ਬਾਰੇ ਥੋੜੀ ਜਿਹੀ ਜਾਣਕਾਰੀ ਚਾਹੀਦੀ ਸੀ, ਇਸੇ ਲਈ ਤੇਰੇ ਘਰ ਗਿਆ ਸੀ। ਜਾਣਕਾਰੀ ਮੈਨੂੰ ਜੋ ਵੀ ਪਤਾ ਸੀ ਤੁਹਾਨੂੰ ਦੱਸਤਾ, ਬਾਕੀ ਮੈਂ ਇੱਥੇ ਹੈ ਹੀ ਨਹੀਂ ਸੀ। ਤੇਰੀ ਮੰਮੀ ਤੇ ਤੇਰੇ ਮਾਮੇ 'ਚ ਜ਼ਮੀਨ ਨੂੰ ਲੈ ਕੇ ਕੋਈ ਝਗੜਾ ਸੀ? ਹਾਂ ਹੈ ਤਾਂ ਸੀ। ਦਰਅਸਲ ਸਾਡੀ ਆਪਣੀ ਕਾਫੀ ਜ਼ਮੀਨ ਸੀ, ਫਿਰ ਵੀ ਮਰਦੇ ਵਕਤ ਮੇਰੇ ਨਾਨੇ ਨੇ ਅੱਧੀ ਜ਼ਮੀਨ ਮੇਰੀ ਮੰਮੀ ਦੇ ਨਾਮ ਕਰਤੀ। ਬਸ ਇਹੀ ਗੱਲ ਮੇਰੇ ਮਾਮੇ ਨੂੰ ਬੁਰੀ ਲੱਗ ਗਈ ਤੇ ਇਸੇ ਗੁੱਸੇ 'ਚ ਉਹਨੇ ਤੇਰੀ ਮੰਮੀ ਤੇ ਤੇਰੇ ਭਰਾ ਦਾ ਕਤਲ ਕਰਤਾ। ਨਹੀਂ ਨਹੀਂ, ਮੇਰਾ ਮਾਮਾ ਐ ਨਹੀਂ ਕਰ ਸਕਦਾ। ਫਿਰ ਉਹਨੇ ਪੈਸੇ ਦੇ ਕੇ ਕਿਸੇ ਹੋਰ ਤੋਂ ਕਰਵਾਤਾ ਹੋਊ। ਇਨਕੁਆਇਰੀ ਤਾਂ ਕਰਨੀ ਪਊਗੀ ਨਾ। ਐ ਕਰ, ਮੈਨੂੰ ਉਹਦਾ ਨਾ ਐਡਰੈਸ ਦੱਸ। ਫੋਨ ਨੰਬਰ ਹੈਗਾ ਉਹਦਾ? ਫੋਨ ਨੰਬਰ ਤਾਂ ਹੈ ਨਹੀਂ। ਹਾਂ ਐਡਰੈਸ ਦੱਸ ਦਿੰਨੀ ਆ। ਚੱਲ ਬੋਲ ਫਟਾਫਟ। ਬਘੇਲ ਸਿੰਘ ਨਾਮ ਉਹਨਾਂ ਦਾ ਤੇ ਪਿੰਡ ਹਰੀਪੁਰਾ। ਓਕੇ, ਅਗਰ ਲੋੜ ਪਈ ਤਾਂ ਮੈਂ ਫੇਰ ਮਿਲਣ ਆਊਂ। ਠੀਕ ਆ ਜੀ। ਮੈਨੂੰ ਸਿਰਫ ਆਪਣੀ ਜ਼ਮੀਨ ਨਾਲ ਮਤਲਬ ਆ। ਕੋਈ ਜੀਵੇ ਕੋਈ ਮਰੇ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਤੈਨੂੰ ਤਾਂ ਫਰਕ ਨਹੀਂ ਪੈਂਦਾ, ਪਰ ਪੁਲਿਸ ਨੂੰ ਬਹੁਤ ਫਰਕ ਪੈਂਦਾ। ਤੇਰੇ ਤੇ ਇਨਕੁਆਇਰੀ ਹੋਊ। ਕਰਦੀ ਆ ਤਾਂ ਕਰੀ ਜਾਣ ਦੇ। ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਮੇਰੀ ਭੈਣ ਮੇਰੀ ਜ਼ਮੀਨ ਦੀ ਜਾਇਦਾਦ ਦੀ ਹਿੱਸੇਦਾਰ ਸੀ, ਹੁਣ ਉਹ ਰਹੀ ਨਹੀਂ। ਪਰ ਉਹਦੀ ਧੀ ਤਾਂ ਜਿਉਂਦੀ ਐ, ਉਹ ਤਾਂ ਜ਼ਮੀਨ 'ਚੋਂ ਹਿੱਸਾ ਭਾਲੂ। ਮੈਂ ਤਾਂ ਉਹਦੀ ਮਾਂ ਦੇ ਜਿਉਂਦੇ ਜੀ ਉਹਨੂੰ ਹਿੱਸਾ ਨਹੀਂ ਦਿੱਤਾ, ਉਹਨੂੰ ਤਾਂ ਮੈਂ ਕੀ ਦਵਾਲ। ਤੇਰੀ ਸੋਚ ਠੀਕ ਹੈ ਕਾਨੂੰਨ ਦੇ ਹਿਸਾਬ ਨਾਲ, ਪਰ ਉਹਦੀ ਧੀ ਅੱਜ ਉਹ ਜ਼ਮੀਨ ਦੀ ਹੱਕਦਾਰ ਹੈ। ਹੱਕ ਤਾਂ ਹੀ ਮੰਗੂ ਜੇ ਜਿਉਂਦੀ ਰਹੂ। ਕੀ ਮਤਲਬ? ਮਤਲਬ ਇਹਦੇ ਮਾਂ ਦੇ ਭਾਈ ਨੂੰ ਬੇਰਹਿਮੀ ਨਾਲ ਕਤਲ ਕੀਤਾ, ਉਹ ਇਹਨੂੰ ਜਿਉਂਦਾ ਥੋੜ੍ਹਾ ਛੱਡੂ। ਹਾਂ ਐ ਹੋ ਜੇ ਤਾਂ ਠੀਕ ਆ। ਸਾਰੀ ਜ਼ਮੀਨ ਵੀ ਤਾਂ ਤੇਰੇ ਕੋਲੇ ਆ ਤੇ ਕਬਜ਼ਾ ਵੀ ਤਾਂ ਤੇਰਾ ਹੈ। ਕਬਜ਼ਾ ਤਾਂ ਹੁਣ ਹਮੇਸ਼ਾ ਮੇਰੇ ਕੋਲ ਹੀ ਰਹੂ ਵਕੀਲ ਸਾਹਿਬ।
ਬਘੇਲ ਸਿੰਘ ਆਇਆ ਕਿਉਂ ਨਹੀਂ ਤੇਰੇ ਨਾਲ? ਉਹ ਤਾਂ ਮੈਨੂੰ ਲੱਭਿਆ ਨਹੀਂ ਸਾਹਿਬ ਜੀ। ਨਾ ਲੱਭਣ ਨੂੰ ਉਹ ਕਿਹੜਾ ਗਮਾਚਿਆ ਵਾ? ਐਡਰੈਸ ਤੇਰੇ ਕੋਲ ਸੀਗਾ। ਐਡਰੈਸ ਤਾਂ ਮੇਰੇ ਕੋਲ ਸੀ ਪਰ ਬੰਦਾ ਉੱਥੇ ਹਾਜ਼ਰ ਨਹੀਂ ਸੀ। ਉਹਦੇ ਗਮਾਂਡੀਆਂ ਤੋਂ ਉਹਦਾ ਮੋਬਾਈਲ ਨੰਬਰ ਲੈ ਲੈਣਾ ਸੀ। ਮੈਂ ਨੇੜੇ ਤੇੜੇ ਵਾਲਿਆਂ ਨੂੰ ਸਾਰਿਆਂ ਨੂੰ ਪੁੱਛਿਆ ਪਰ ਉਹਦਾ ਨੰਬਰ ਕਿਸੇ ਕੋਲ ਨਹੀਂ ਸੀ। ਫਿਰ ਤਾਂ ਬੜਾ ਹੀ ਅਜੀਬ ਆਦਮੀ ਆ ਉਹ। ਇਹ ਗੱਲ ਉਹਦੇ ਗਵਾਂਢੀ ਕਹਿ ਰਹੇ ਸੀ, ਜਮਾ ਛੜਾ ਬਣਾਗਾ ਉਹਦੀ ਪਿੰਡ 'ਚ ਕਿਸੇ ਨਾਲ ਨਹੀਂ ਬਣਦੀ। ਹਾਂ ਲੱਗਦਾ ਰੇਡ ਮਾਰ ਕੇ ਚੱਕਣਾ ਪਊ ਉਹਨੂੰ। ਹਾਂ ਆਹੀ ਠੀਕ ਰਹੂ ਸਾਹਿਬ ਜੀ। ਠੀਕ ਆ, ਫਿਲਹਾਲ ਤਾਂ ਮੈਂ ਘਰੇ ਜਾ ਰਿਹਾ ਗਾ ਤੇ ਫਿਰ ਉਹਦੇ ਬਾਰੇ 'ਚ ਥੋੜੀ ਬਹੁਤੀ ਹੋਰ ਜਾਣਕਾਰੀ ਇਕੱਠੀ ਕਰਦਾ, ਫਿਰ ਮਾਰਾਂਗੇ ਉਹਦੇ ਤੇ ਰੇਡ। ਅੱਜ ਮੈਂ ਕਹਿੰਦਾ ਚੰਗਾ ਹੀ ਦੇ ਰਿਹਾ, ਹੁਣ ਤਾਂ ਸਬੂਤ ਸੱਤ ਨੂੰ ਚੰਗਾ ਹੀ ਦੇ ਦੇਣਗੇ। ਕਿੱਥੇ ਵੀ ਜੀ ਇਹ ਸਨਾਜ ਦੀ ਬੱਚੀ ਫੋਨ ਕਿਉਂ ਨਹੀਂ ਚੱਕ ਰਹੀ? ਕਹਿ ਕੇ ਗਈ ਸੀ ਸ਼ਾਮ ਤੱਕ ਵਾਪਸ ਆ ਜਾਊ, ਰਾਤ ਹੋ ਚੁੱਕੀ ਆ, ਉਹਦਾ ਕੁਝ ਪਤਾ ਹੀ ਨਹੀਂ। ਹੈਲੋ 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 ਸਿਮਰਨ, ਕਿੱਥੇ ਆ ਤੂੰ ਯਾਰ? ਆਈ ਕਿਉਂ ਨਹੀਂ? ਮੇਰੇ ਭਰਾ ਦੀ ਤਬੀਅਤ ਖਰਾਬ ਹੋ ਗਈ, ਹੁਣ ਤਾਂ ਸਵੇਰੇ ਹੀ ਆ ਜਾਓ। ਸੌਰੀ। ਪਰ ਓਹੋ ਕੱਟ ਗਿਆ। ਹੁਣ ਮੈਂ ਕੀ ਕਰੂੰ? ਸੂਰਜ ਨੂੰ ਫੋਨ ਕਰ ਲੈਂਦੀ ਆ। ਨਹੀਂ ਉਹਨੂੰ ਕੀ ਕਹੂੰ? ਮੈਨੂੰ ਡਰ ਲੱਗ ਰਿਹਾ, ਮੇਰੇ ਕੋਲ ਆ ਜਾ। ਸ਼ੁਕਰ ਆ ਲਾਈਟ ਆ ਗਈ, ਇਹ ਬੰਦ ਹੀ ਕਿਉਂ ਹੋਈ ਸੀ? ਕੌਣ ਹੈ ਤੂੰ? ਕੌਣ ਹੈ ਤੂੰ? ਸੂਰਜ ਅੰਦਰ ਆ। ਕੀ ਹੈ ਇੱਥੇ? ਇੱਥੇ ਤਾਂ ਕੁਝ ਵੀ ਨਹੀਂ। ਪਤਾ ਨਹੀਂ ਕੌਣ ਸੀ ਸੂਰਜ, ਬੜਾ ਭਿਆਨਕ ਸੀ। ਕਿਤੇ ਤੈਨੂੰ ਕੋਈ ਭੁਲੇਖਾ ਤਾਂ ਨਹੀਂ ਪਿਆ? ਨਹੀਂ ਸੂਰਜ, ਮੈਂ ਉਹਨੂੰ ਆਪਣੇ ਪੂਰੇ ਹੋਸ਼ਾਵਾਨ 'ਚ ਖੜੇ ਦੇਖਿਆ, ਲਾਈਟ ਵੀ ਚੱਲਦੀ ਸੀ। ਇਹਦਾ ਮਤਲਬ ਤੇਰੀ ਜਾਨ ਖਤਰੇ 'ਚ ਆ। ਹਾਂ ਸੂਰਜ, ਮੇਰੀ ਜਾਨ ਖਤਰੇ 'ਚ ਆ, ਮੈਂ ਮਰਨਾ ਨਹੀਂ ਚਾਹੁੰਦੀ, ਮੈਨੂੰ ਬਚਾ ਲੈ। ਡੀਐਸਪੀ ਸੂਰਜ ਅੱਜ ਮੇਰੇ ਘਰੇ? ਅੱਛਾ, ਤਾਂ ਤੂੰ ਮੈਨੂੰ ਬਾਈ ਫੇਸ ਪਹਿਚਾਨਦਾ? ਪਹਿਚਾਣੋ ਕਿਉਂ ਨਹੀਂ? ਤੁਸੀਂ ਇਸ ਇਲਾਕੇ ਦੇ ਪੁਲਿਸ ਅਫਸਰ ਹੋ, ਉਹ ਵੀ ਇੱਕ ਇਮਾਨਦਾਰ। ਮੇਰੇ ਬਾਰੇ 'ਚ ਕਾਫੀ ਜਾਣਕਾਰੀ ਰੱਖਦਾ ਤੂੰ, ਕਿਉਂਕਿ ਤੇਰੇ ਲੱਛਣ ਹੀ ਮਾੜੇ ਆ। ਇਹ ਗੱਲ ਤੁਸੀਂ ਮੈਨੂੰ ਬਿਨਾਂ ਸਬੂਤ ਤੋਂ ਕਹਿ ਰਹੇ ਹੋ। ਮੇਰਾ ਰਿਕਾਰਡ ਬਿਲਕੁਲ ਸਾਫ਼ ਹੈ। ਇਸ ਗੱਲ ਦਾ ਫੈਸਲਾ ਤਾਂ ਇਨਕੁਆਇਰੀ ਕਰਨ ਤੋਂ ਬਾਅਦ ਹੀ ਹੋਊ। ਮੈਂ ਤਿਆਰ ਹਾਂ, ਪੁੱਛੋ ਕੀ ਪੁੱਛਣਾ। ਵੈਰੀ ਗੁੱਡ। ਜਿਸ ਰਾਤ ਤੇਰੀ ਭੈਣ ਤੇ ਭਾਂਜੇ ਦਾ ਕਤਲ ਹੋਇਆ, ਉਸ ਰਾਤ ਤੂੰ ਕਿੱਥੇ ਸੀ? ਮੈਂ ਤਾਂ ਉਸ ਰਾਤ ਆਪਦੇ ਘਰੇ ਸੀ। ਤੁਸੀਂ ਆਂਢ ਗੁਆਂਢ ਤੋਂ ਪਤਾ ਕਰ ਸਕਦੇ ਹੋ। ਆਂਢ ਗੁਆਂਢ ਤੇਰੇ ਬਾਰੇ ਘੱਟ ਹੀ ਜਾਣਦੇ ਆ, ਮੈਂ ਇਨਕੁਆਇਰੀ ਕਰ ਚੁੱਕਿਆ। ਜਾਣਦੇ ਤਾਂ ਸਭ ਕੁਛ ਆ, ਸਹੀ ਗੱਲ ਨੂੰ ਕੋਈ ਸਹੀ ਕਹਿ ਕੇ ਰਾਜੀ ਨਹੀਂ। ਇਹਦਾ ਮਤਲਬ ਤੂੰ ਆਪਣੇ ਆਪ ਨੂੰ ਬਿਲਕੁਲ ਸਹੀ ਮੰਨਦਾ? ਇਹਦੇ 'ਚ ਮੰਨਣ ਦੀ ਕੀ ਗੱਲ ਆ, ਉਹ ਤਾਂ ਮੈਂ ਹੈਗਾ ਹੀ ਆ। ਤੂੰ ਕਿੰਨਾ ਕੁ ਸਹੀ ਆ ਕੁਛ ਦਿਨਾਂ 'ਚ ਹੀ ਪਤਾ ਲੱਗ ਜੂ। ਲਖਨ ਸਿੰਘ ਜੀ ਸਰ। ਇਹਦਾ ਨੰਬਰ ਨੋਟ ਕਰੋ। ਹੁਣੇ ਲਓ ਜੀ। ਔਰ ਹਾਂ, ਇਹ ਨੰਬਰ ਬਦਲਣਾ ਨਹੀਂ ਚਾਹੀਦਾ। ਮੈਂ ਜਦੋਂ ਵੀ ਫੋਨ ਕਰਾਂ ਮੈਨੂੰ ਚੱਲਦਾ ਮਿਲੇ। ਚਲੋ ਲਖਨ ਸਿੰਘ। ਆ ਤਾਂ ਯਾਰ ਦਿਨ ਤੇ ਰਹੀ ਧਮਕੀ ਦੇ ਗਏ। ਫਿਰ ਤਾਂ ਚੰਗਾ ਹੀ ਹੋਇਆ ਮੈਂ ਰਾਤ ਆਈ ਨਹੀਂ। ਜੇ ਮੈਂ ਆ ਜਾਂਦੀ ਫਿਰ ਤੇਰੀ ਸੂਰਜ ਨਾਲ ਦੋਸਤੀ ਥੋੜੀ ਹੋਣੀ ਸੀ। ਅਵੇ ਸੂਰਜ ਨਾ ਆਉਂਦਾ
ਹੁਣ ਤੱਕ ਤਾਂ ਮੇਰਾ ਰਾਮ ਨਾਮ ਸੱਤਿਆ ਹੋਇਆ ਹੁੰਦਾ। ਤੈਨੂੰ ਮੇਰੀ ਕਸਮ ਲੱਗੀ ਸਿਮਰਨ, ਜੇ ਅੱਗੇ ਤੋਂ ਇਹ ਗੱਲ ਮੂੰਹੋਂ ਕੱਢੀ ਤਾਂ ਬੋਲਣ ਤੋਂ ਪਹਿਲਾਂ ਸੋਚ ਲਿਆ ਕਰ। ਸੌਰੀ ਯਾਰ, ਮੈਂ ਤਾਂ ਵੈਸੇ ਹੀ ਗੱਲ ਕਰ ਰਹੀ ਸੀ, ਤੂੰ ਤਾਂ ਸੀਰੀਅਸ ਹੀ ਲੈ ਗਈ। ਮਰਨ ਦੀ ਗੱਲ ਤਾਂ ਕਦੇ ਮੈਨੂੰ ਮਜ਼ਾਕ 'ਚ ਵੀ ਨਾ ਕਰੀ। ਇੱਕ ਹੀ ਤਾਂ ਸਹੇਲੀ ਆ ਤੂੰ ਮੇਰੀ, ਉਹ ਵੀ ਭੈਣਾਂ ਤੋਂ ਵੱਧ। ਚੰਗਾ ਬਾਬਾ, ਅੱਗੇ ਤੋਂ ਇਹੋ ਜਿਹੀ ਗੱਲ ਨਹੀਂ ਕਰਦੀ। ਖੁਸ਼ ਹੈ? ਹਾਂ ਬਹੁਤ ਖੁਸ਼। ਤੂੰ ਐਂ ਦੱਸ ਸੂਰਜ ਕਦੋਂ ਆਊ? ਪਤਾ ਨਹੀਂ। ਕਿਉਂ, ਕੱਲ ਰਾਤ ਕੋਈ ਮਿਲਣ ਦਾ ਵਾਅਦਾ ਨਹੀਂ ਕਰਕੇ ਗਿਆ? ਸੂਰਜ ਕੋਲੇ ਟਾਈਮ ਹੀ ਕਿੱਥੋਂ, ਉਹ ਤਾਂ ਹਰ ਵਕਤ ਕਿਸੇ ਨਾ ਕਿਸੇ ਇਨਕੁਆਇਰੀ 'ਚ ਲੱਗਿਆ ਰਹਿੰਦਾ। ਬੜੇ ਚਿਰਾਂ ਬਾਅਦ ਯਾਦ ਕੀਤਾ ਸਾਹਿਬ ਜੀ, ਗੰਜੇ ਖੌਰੀ ਨੂੰ ਕਿਹਦੀ ਜਾਣਕਾਰੀ ਲੈਣੀ ਆ? ਹਰੀਪੁਰੇ ਤੋਂ ਨਾ ਇੱਕ ਬਘੇਲ ਨਾਂ ਦਾ ਬੰਦਾ, ਉਹਦੀ ਜਨਮ ਕੁੰਡਲੀ ਤਿਆਰ ਕਰਨੀ ਆ। ਬਘੇਲ ਸਿੰਘ ਉਹੀ ਜਿਹਦੀ ਭੈਣ ਤੇ ਭਾਂਜੇ ਦਾ ਕਤਲ ਹੋ ਗਿਆ ਸੀ ਪਿਛਲੇ ਦਿਨੀ? ਹਾਂ ਉਹੀ ਕਤਲ ਕੇਸ ਨੇ ਨਾ ਜਿਹੜੇ, ਮੈਂ ਉਹਨਾਂ ਦੀ ਇਨਕੁਆਇਰੀ ਕਰ ਰਿਹਾ। ਤੇ ਤੁਹਾਨੂੰ ਬਘੇਲ ਤੇ ਸ਼ੱਕ ਹੈ? ਉਹਦੇ ਖਿਲਾਫ ਸਾਡੇ ਕੋਲ ਕੋਈ ਗਵਾਹ ਜਾਂ ਸਬੂਤ ਤਾਂ ਹੈ ਨਹੀਂ। ਵੈਸੇ ਉਹ ਕਿਸ ਟਾਈਪ ਦਾ ਬੰਦਾ? ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਸਾਹਿਬ ਜੀ, ਉਹ ਬਹੁਤ ਹੀ ਲਾਲਚੀ ਕਿਸਮ ਦਾ ਆਦਮੀ ਹੈ। ਜਾਣੇ ਕਿ ਜ਼ਮੀਨ ਦੇ ਲਾਲਚ ਦੇ ਵਿੱਚ ਉਹ ਆਪਣੀ ਭੈਣ ਤੇ ਭਾਂਜੇ ਦਾ ਕਤਲ ਕਰ ਸਕਦਾ। ਹਾਂ, ਕਰ ਵੀ ਸਕਦਾ। ਮੈਨੂੰ ਸਿਰਫ 2 ਦਿਨਾਂ ਦਾ ਟਾਈਮ ਦਿਓ ਸਾਹਿਬ ਜੀ, ਮੈਂ ਲਿਆਉਣਾ ਪੱਕੀ ਖਬਰ ਕੱਢ ਕੇ। ਠੀਕ ਆ, ਜਿੰਨੀ ਜਲਦੀ ਹੋ ਸਕੇ ਮੈਨੂੰ ਖਬਰ ਭੇਜ ਤਾਂ ਕਿ ਕਾਰਵਾਈ ਅੱਗੇ ਵੱਧ ਸਕੇ। ਠੀਕ ਆ ਸਾਹਿਬ, ਮੈਂ ਛੇਤੀ ਤੋਂ ਛੇਤੀ ਤੁਹਾਨੂੰ ਫੋਨ ਕਰੂੰ। ਤੂੰ ਕੋਈ ਛੋਟੇ ਤੋਂ ਛੋਟਾ ਸਬੂਤ ਲਿਆ ਕੇ ਦੇ ਉਹਦੇ ਖਿਲਾਫ, ਸੱਚਾਈ ਦਾ ਮੈਂ ਉਹਦੀ ਖੱਲ ਢੇੜ ਕੇ ਪਤਾ ਕਰ ਲੂੰ। ਯਾਰ ਸਿਮਰਨ, ਤੂੰ ਮੈਨੂੰ ਡਰਾ ਕੇ ਸਾਹ ਲੈਂਗੀ। ਲੱਗਦਾ ਕੋਈ ਜ਼ਰੂਰ ਇਹੋ ਜਿਹੀ ਗੱਲ ਆ ਜਿਹੜੀ ਤੂੰ ਮੇਰੇ ਤੋਂ ਲੁਕੋ ਰਹੀ ਆ। ਨਹੀਂ, ਗੱਲ ਤਾਂ ਮੈਂ ਕੋਈ ਨਹੀਂ ਲੁਕੋ ਰਹੀ, ਬਸ ਰਾਤ ਹੁੰਦੀ ਮੈਨੂੰ ਘਬਰਾਹਟ ਜਿਹੀ ਹੋਣੀ ਸ਼ੁਰੂ ਹੋ ਜਾਂਦੀ ਆ। ਕਹੇ ਤਾਂ ਸੂਰਜ ਨੂੰ ਫੋਨ ਕਰਦਾ, ਆ ਕੇ ਤੇਰੀ ਉਹ ਘਬਰਾਹਟ ਦੂਰ ਕਰ ਦੂ। ਜੀ ਨਹੀਂ, ਲੋੜ ਨਹੀਂ। ਮਨ ਵਿੱਚ ਭਾਵੇਂ ਲੱਡੂ ਫੁੱਟਦੇ ਆ ਸੂਰਜ ਦਾ ਨਾਂ ਲੈ ਕੇ, ਪਰ ਉੱਪਰੋਂ ਨਾ ਕਰ ਲਈ ਮਿੰਟ ਮਾਰਿਆ। ਮੇਰੇ ਮਨ 'ਚ ਤਾਂ ਕੋਈ ਲੱਡੂ ਨਹੀਂ ਫੁੱਟਦੇ, ਉਹਦਾ ਨਾਮ ਸੁਣ ਕੇ ਤੇਰੇ ਮਨ 'ਚ ਹੀ ਫੁੱਟਦੇ ਹੋਣਗੇ ਲੱਡੂ। ਠੀਕ ਆ, ਉਹਨੂੰ ਇੱਥੇ ਬੁਲਾ ਕੇ ਮੈਂ ਹੀ ਆਈ ਲਵ ਯੂ ਕਹਿ ਦਿੰਦੀ ਆ। ਕਿਉਂ, ਦੁੱਖ ਲੱਗਿਆ? ਲੱਗੂਗਾ ਹੀ, ਗੱਲ ਕਹਿਣ ਵੇਲੇ ਤਾਂ ਤੂੰ ਸੋਚਦੀ ਨਹੀਂ। ਪਤਾ ਨਹੀਂ ਉਹ ਤੇਰਾ ਜੀਜਾ ਲੱਗਦਾ। ਆਹੀ ਗੱਲ ਤਾਂ ਤੇਰੇ ਤੋਂ ਕਹਾਣੀ ਸੀ। ਚੱਲ ਫਟਾਫਟ ਫੋਨ ਲਾ ਸੂਰਜ ਨੂੰ। ਭਲਾ ਮੈਂ ਕਿਉਂ ਲਾਵਾਂ ਫੋਨ ਉਹਨੂੰ? ਉਹਦੇ ਕੋਲ ਵੀ ਤਾਂ ਨੰਬਰ ਹੈਗਾ, ਉਹ ਵੀ ਤਾਂ ਲਾ ਸਕਦਾ ਸੀ। ਜਾ ਕੇ ਖੋਲ ਦਰਵਾਜ਼ਾ, ਤੇਰਾ ਸੂਰਜ ਆ ਗਿਆ। ਤੈਨੂੰ ਕੁਝ ਜ਼ਿਆਦਾ ਹੀ ਯਾਦ ਆ ਰਹੀ ਸੀ ਉਹਦੀ। ਜਾ ਤੂੰ ਖੋਲ ਦੇ। ਓਕੇ। ਤੇਰਾ ਸੂਰਜ ਤਾਂ ਮਿਸਟਰ ਇੰਡੀਆ ਬਣ ਗਿਆ, ਤਾਂ ਹੀ ਤਾਂ ਨਜ਼ਰ ਨਹੀਂ ਆਉਂਦਾ। ਮਜ਼ਾਕ ਬੰਦ ਕਰ, ਫਟਾਫਟ ਅੰਦਰ ਚੱਲ, ਮੈਨੂੰ ਡਰ ਲੱਗ ਰਿਹਾ। ਠੀਕ ਹੈ ਚੱਲ। ਬਾਹਰ ਤਾਂ ਕੋਈ ਹੈ ਨਹੀਂ ਸੀ। ਪਤਾ ਨਹੀਂ, ਮੈਨੂੰ ਤਾਂ ਖੁਦ ਡਰ ਲੱਗ ਰਿਹਾ। ਚੱਲ ਲਾਈਟ ਬੰਦ ਕਰ ਦਿੰਦੇ ਆ। ਨਹੀਂ ਚੱਲਣ ਦੇ, ਜਦੋਂ ਮੈਂ ਸੌਂਗੀ ਉਦੋਂ ਬੰਦ ਕਰਦੀ। ਠੀਕ ਹੈ ਮੈਡਮ ਜੀ, ਸੌਂ ਜਾਓ। ਕਹੇ ਤਾਂ ਤੂੰ ਲੋਰੀ ਸੁਣਾ ਦਾ। ਬਸ ਕਰ, ਤੂੰ ਪਹਿਲਾਂ ਹੀ ਬਹੁਤ ਕੁਝ ਸੁਣਾ ਚੁੱਕੀ ਆ, ਹੁਣ ਮੈਨੂੰ ਸੌਣ ਦੇ। ਵੈਰੀ ਗੁੱਡ, ਅੱਖਾਂ ਹੀ ਬੰਦ ਰੱਖੀ, ਨੀਂਦ ਆਪ ਹੀ ਆ ਜਾਊ।
ਹੋਇਆ ਸਿਮਰਨ? ਉਹ ਕਿਉਂ ਡਰਾਈ ਜਾਂਦੀ ਯਾਰ? ਥੱਲੇ ਤਾਂ ਕੁਝ ਵੀ ਨਹੀਂ, ਮੈਨੂੰ ਹਾਰਟ ਅਟੈਕ ਕਰਾਉਣਾ। ਮੈਂ ਸੱਚ ਕਹਿ ਰਹੀ ਹਾਂ, ਉਸ ਦਿਨ ਵਾਲੀ ਲਾਸ਼ ਹੁਣੀ ਇੱਥੇ ਸੀ। ਕੁਛ ਨਹੀਂ ਸਿਮਰਨ, ਤੇਰੇ ਦਿਮਾਗ 'ਚ ਵਹਿਮ ਪੈ ਗਿਆ, ਤਾਂ ਹੀ ਤਾਂ ਜਾਗਦੀ ਨੂੰ ਵੀ ਤੈਨੂੰ ਉਹ ਲਾਸ਼ ਨਜ਼ਰ ਆਉਂਦੀ ਆ। ਵਹਿਮ ਨਹੀਂ ਯਾਰ, ਉਹੀ ਸੱਚਮੁੱਚ ਇੱਥੇ ਆਗਾ। ਇਹੀ ਗੱਲ ਕੱਲ ਰਾਤੀ ਵੀ ਮੇਰੇ ਨਾਲ ਹੋਈ ਸੀ। ਕੋਈ ਗੈਰ ਕਾਨੂੰਨੀ ਹਰਕਤ ਤਾਂ ਕਰੇ, ਮੈਂ ਡੀਐਸਪੀ ਸਾਹਿਬ ਨੂੰ ਉਹਦੇ ਫੋਨ ਕਰ ਦੇਣਾ। ਹੈਲੋ ਵਕੀਲ ਸਾਹਿਬ, ਕਈ ਦਿਨ ਹੋ ਗਏ ਤੁਸੀਂ ਗੇੜਾ ਹੀ ਨਹੀਂ ਮਾਰਿਆ। ਕੰਮ ਤਾਂ ਚੱਲਦੇ ਹੀ ਰਹਿੰਦੇ ਆ। ਅੱਜ ਮੈਂ ਤੁਹਾਡਾ ਇੰਤਜ਼ਾਰ ਕਰੂੰਗਾ ਮੋਟਰ ਤੇ ਸ਼ਾਮ ਨੂੰ। ਓਕੇ ਵਕੀਲ ਸਾਹਿਬ। ਲੱਗਦਾ ਕੋਈ ਕਿਸੇ ਨੇ ਫੋਨ ਕੀਤਾ, ਕੋਈ ਮਿਲਣ ਆ ਰਿਹਾ ਹੈ। ਕੌਣ ਆ ਤੂੰ? ਜਮਜੂਤ ਆ, ਨਰਕ ਚੋਂ ਆਇਆ, ਤੈਨੂੰ ਸਿੱਧਾ ਨਰਕ 'ਚ ਭੇਜਣ ਲਈ। ਭੱਜਣਾ, ਜਿੰਨਾ ਤੇਜ਼ ਭੱਜਣਾ, ਮੌਤ ਤੋਂ ਤੇਜ਼ ਨਹੀਂ ਭੱਜ ਸਕਦਾ। ਮੈਂ ਤਾਂ ਕਿਹਾ ਸੀ ਸੂਰਜ ਨੂੰ ਬੁਲਾ ਲਾ, ਪਰ ਇਹੀ ਨਹੀਂ ਮੰਨੀ। ਸਾਰੀ ਰਾਤ ਅਸੀਂ ਡਰ ਡਰ ਕੇ ਕੱਟੀ। ਜੇ ਇੰਨੀ ਹੀ ਪ੍ਰੋਬਲਮ ਸੀ ਤਾਂ ਬੁਲਾ ਲੈਣਾ ਸੀ ਮੈਨੂੰ। ਮੈਡਮ ਬੁਲਾਉਣਾ ਤਾਂ ਚਾਹੁੰਦੇ ਸੀ, ਪਰ ਇਸ ਗੱਲ ਤੋਂ ਗੁੱਸੇ ਸੀ ਕਿ ਤੁਸੀਂ ਉਹਦਾ ਹਾਲ ਨਹੀਂ ਪੁੱਛਿਆ ਫੋਨ ਕਰਕੇ। ਇਹਦੇ 'ਚ ਨਾਰਾਜ਼ ਹੋਣ ਵਾਲੀ ਕੀ ਗੱਲ ਆ? ਤੁਹਾਨੂੰ ਪਤਾ ਹੀ ਆ ਮੇਰੀ ਨੌਕਰੀ ਬਾਰੇ, ਮੈਂ ਕਿੰਨਾ ਬਿਜੀ ਰਹਿਣਾ। ਇਹੀ ਗੱਲ ਮੈਂ ਇਹਨੂੰ ਕਹੀ ਸੀ ਵੀ ਤੂੰ ਫੋਨ ਕਰ ਲੈ, ਸੂਰਜ ਬਿਜੀ ਹੋ, ਪਤਾ ਨਹੀਂ ਕਿਉਂ। ਚੱਲ ਬੱਸ ਕਰ, ਤੇਰੇ ਕਹਿਣ ਤੇ ਮਿਲਣ ਤਾਂ ਆ ਗਈ ਸੂਰਜ ਨੂੰ। ਸਹਿਨਾਜ ਨੇ ਕਹਿਤਾ ਤਾਂ ਤੂੰ ਆ ਗਈ, ਨਹੀਂ ਆਉਣਾ ਨਹੀਂ ਸੀ ਮਿਲਣ। ਮੈਂ ਤਾਂ ਹਰ ਹਾਲ 'ਚ ਤੇਰੇ ਕੋਲ ਹੀ ਆਉਣਾ ਸੀ ਸੂਰਜ, ਹੁਣ ਸਭ ਕੁਝ ਤੂੰ ਹੀ ਆ ਮੇਰਾ। ਹਾਂ ਓਕੇ, ਤੂੰ ਤਾਂ ਠੀਕ ਆ ਨਾ? ਠੀਕ ਆ ਘਰੋਂ ਨਾ ਨਿਕਲੀ, ਮੈਂ ਹੀ ਆਉਣਾ ਤੈਨੂੰ ਮਿਲਣ। ਹਾਂ ਆਉਣਾ। ਕੀ ਹੋਇਆ ਸੂਰਜ? ਤੇਰੇ ਮਾਮੇ ਦਾ ਕਤਲ ਹੋ ਗਿਆ। ਮਾਮੇ ਦਾ ਕਤਲ ਹੋ ਗਿਆ? ਕਿਹਦਾ ਫੋਨ ਸੀ? ਹਾਂ ਮੇਰੇ ਖਬਰੀ ਦਾ ਫੋਨ ਸੀ। ਉਹਦੀਆਂ ਅੱਖਾਂ ਦੇ ਸਾਹਮਣੇ ਹੀ ਕਿਸੇ ਨੇ ਤੇਰੇ ਮਾਮੇ ਦਾ ਗਲ ਵੜਤਾ। ਫਿਰ ਤਾਂ ਤੁਹਾਡੇ ਖਬਰੀ ਨੇ ਦੇਖ ਲਿਆ ਉਹ ਕਾਤਲ ਨੂੰ, ਉਹ ਤਾਂ ਪਛਾਣ ਲੂ। ਕੱਲ ਤੱਕ ਤਾਂ ਸਾਰਾ ਸ਼ਹਿਰ ਪਛਾਣ ਲੂ ਕਾਤਲ ਨੂੰ। ਉਹ ਕਿਵੇਂ ਸੂਰਜ? ਗਿੰਦੇ ਤੋਂ ਪੁੱਛ ਕੇ ਸਾਡੇ ਮਹਿਕਮੇ ਦਾ ਪੈਂਟਰ ਉਹਦੀ ਫੋਟੋ ਬਣਾ ਦੂ, ਫਿਰ ਮੈਂ ਉਹਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦੂੰਗਾ। ਫਿਰ ਤਾਂ ਮੁਜਰਮ ਫੜਿਆ ਹੀ ਜਾਊ ਕੁਛ ਹੀ ਘੰਟਿਆਂ 'ਚ। ਚੰਗੀ ਗੱਲ ਆ, ਸਿਮਰ ਦੇ ਸਿਰ ਤੋਂ ਵੀ ਡਰਦਾ ਭੂਤ ਉਤਰ ਜੂ। ਕਾਸ਼ ਮੈਂ ਉਹਦੀ ਵੀਡੀਓ ਬਣਾਈ ਹੁੰਦੀ ਤਾਂ ਉਹਨੂੰ ਸੂਰਜ ਸਰ ਨੂੰ ਫੜ ਚੁੱਕੇ ਹੁੰਦੇ। ਮੈਂ ਡਰ ਹੀ ਬਹੁਤ ਗਿਆ ਸੀ, ਡਰਨਾ ਵੀ ਸੀ, ਬੰਦਾ ਬਹੁਤ ਬੇਰਹਿਮ ਸੀ। ਤੂੰ ਕੀ ਸੋਚ ਕੇ ਭੱਜਿਆ ਸੀ ਰਾਏ? ਮੌਤ ਤੋਂ ਕੋਈ ਤੇਜ਼ ਭੱਜ ਸਕਿਆ? ਮੈਨੂੰ ਨਾ ਮਾਰ, ਮੈਂ ਭਲਾ ਤੇਰਾ ਕੀ ਵਿਗਾੜਿਆ? ਹਜੇ ਤੱਕ ਤਾਂ ਕੁਝ ਨਹੀਂ ਵਿਗਾੜਿਆ। ਤੂੰ ਸੂਰਜ ਨੂੰ ਮਿਲਦੇ ਹੀ ਬਹੁਤ ਕੁਝ ਵਿਗਾੜੇਗਾ, ਕਿਉਂਕਿ ਤੂੰ ਉਹਦਾ ਖਬਰੀ ਆ। ਇਹ ਗੱਲ ਤੂੰ ਕਿਵੇਂ ਜਾਣ ਗਿਆ? ਜਿਵੇਂ ਤੂੰ ਸੂਰਜ ਦਾ ਖਬਰੀ ਆ, ਉਵੇਂ ਮੇਰੇ ਵੀ ਖਬਰੀ ਆ। ਉਹਦੀ ਹਰ ਖਬਰ ਮੇਰੇ ਤੱਕ ਪਹੁੰਚਾ ਦਿੰਦੇ ਆ। ਮੈਂ ਹੱਥ ਜੋੜਦਾ ਹਾਂ, ਮੇਰੀ ਜਾਨ ਬਖਸ਼ ਦੇ। ਇਹ ਤਾਂ ਮੇਰੇ ਅਸੂਲ ਦੇ ਖਿਲਾਫ ਆ, ਮੈਂ ਕਿਸੇ ਦੀ ਜਾਨ ਨਹੀਂ ਬਖਸ਼ਦਾ। ਸੂਰਜ, ਤੂੰ ਮੈਨੂੰ ਕਦੇ ਨਹੀਂ ਫੜ ਸਕਦਾ। ਲੱਗਦਾ ਕੋਈ ਆ ਗਿਆ। ਸਾਹਿਬ ਜੀ, ਇਹਦਾ ਤਾਂ ਵਿਚਾਰੇ ਦਾ ਕੰਮ ਹੋ ਗਿਆ। ਲੱਗਦਾ ਕਾਤਲ ਬੜਾ ਹੀ ਕਮੀਨਾ ਪੰਤਾ ਉਹਦਾ ਸਾਰਾ ਕੱਢ ਦੂੰ ਮੈਂ, ਇੱਕ ਵਾਰੀ ਮੇਰੇ ਹੱਥ ਆ ਜੇ ਬਸ। ਜੇ ਸਾਹਮਣੇ ਆ ਵੀ ਗਿਆ ਤਾਂ ਆਪਾਂ ਕਿਹੜਾ ਉਹਨੂੰ ਪਛਾਣਦੇ ਆ? ਪਹਿਚਾਨ ਤਾਂ ਉਹਦੀਆਂ ਹਰਕਤਾਂ ਤੋਂ ਆਜੂ। ਐ ਤਾਂ ਮੈਨੂੰ ਤੁਹਾਡੇ ਤੇ ਪੂਰਾ ਯਕੀਨ ਆ ਸਾਹਿਬ ਜੀ। ਮੁਜਰਮ ਕਿਸੇ ਵੀ ਰੋਲ 'ਚ ਹੋਵੇ, ਪਰ ਤੁਸੀਂ ਤਾਂ ਸਿਆਣ ਹੀ ਲੈਂਦੇ ਹੋ। ਲੱਖਾ ਸਿੰਘ, ਐਂਬੂਲੈਂਸ ਨੂੰ ਫੋਨ ਕਰ, ਬੋਡੀ ਨੂੰ ਨਾ ਪੋਸਟਮਾਰਟਮ ਲਈ ਭੇਜ। ਜੀ ਸਰ।
ਸੂਰਜ ਦੇ ਨਾਲ ਦੋਸਤੀ ਕਰਨ ਤੋਂ ਬਾਅਦ ਮੈਨੂੰ ਐ ਲੱਗਦਾ ਮੈਨੂੰ ਕਦੇ ਵੀ ਕੁਝ ਨਹੀਂ ਹੋ ਸਕਦਾ। ਕਾਤਲ ਚਾਹੇ ਕਿੰਨਾ ਵੀ ਬੇਰਹਿਮ ਹੋਵੇ, ਮੇਰੇ ਸੂਰਜ ਦੇ ਹੁੰਦੇ ਮੇਰਾ ਕੋਈ ਵਾਲ ਵਿੰਗਾ ਵੀ ਨਹੀਂ ਕਰ ਸਕਦਾ। ਵੈਰੀ ਗੁੱਡ। ਇਸ ਯਕੀਨ ਨੂੰ ਤਾਂ ਪਿਆਰ ਕਹਿੰਦੇ ਆ। ਹਾਂ, ਮੈਂ ਸੂਰਜ ਨੂੰ ਬਹੁਤ ਪਿਆਰ ਕਰਦੀ ਆ, ਆਪਣੀ ਜਾਨ ਨਾਲੋਂ ਵੀ ਵੱਧ। ਇਸੇ ਲਈ ਤਾਂ ਹੁਣ ਮਰਨ ਤੋਂ ਡਰ ਨਹੀਂ ਲੱਗਦਾ। ਲੱਗਦਾ ਸੂਰਜ ਦੀ ਉਮਰ ਬਹੁਤ ਲੰਬੀ ਆ। ਆਪਾਂ ਉਹਦੀਆਂ ਗੱਲਾਂ ਕਰਦੇ ਸੀ, ਉਹ ਵਿਆਹ ਗਿਆ। ਕੀ ਗੱਲ ਜਨਾਬ, ਰਾਤ ਸਿਮਰ ਦੀ ਯਾਦ ਚ ਨੀਂਦ ਨਹੀਂ ਆਈ ਜਿਹੜਾ ਸਵੇਰੇ ਹੀ ਵਧਾ ਗਏ? ਨਹੀਂ ਨਹੀਂ, ਇਹੋ ਜੀ ਕੋਈ ਗੱਲ ਨਹੀਂ। ਦਰਅਸਲ ਮੈਂ ਤਾਂ ਤੁਹਾਨੂੰ ਇੱਕ ਬੁਰੀ ਖਬਰ ਸੁਣਾਉਣ ਆਇਆ। ਬੁਰੀ ਖਬਰ? ਹਾਂ, ਬੁਰੀ ਖਬਰ। ਮੈਂ ਤੁਹਾਨੂੰ ਦੱਸਣ ਆਇਆ ਵੀ ਰਾਤ ਗਿੰਦੇ ਨੂੰ ਨਾ ਕਿਸੇ ਨੇ ਬੜੀ ਬੇਰਹਿਮੀ ਨਾਲ ਮਾਰਤਾ। ਓ ਮਾਈ ਗੋਡ, ਉਹ ਵੀ ਮਰ ਗਿਆ। ਹੁਣ ਖੂਨੀ ਨੂੰ ਕਿਵੇਂ ਪਛਾਣਾਂਗੇ? ਹਾਂ, ਫਿਲਹਾਲ ਤਾਂ ਖੂਨੀ ਨੂੰ ਪਛਾਣਨਾ ਮੁਸ਼ਕਲ ਹੀ ਆ, ਪਰ ਕਦੋਂ ਤੱਕ? ਕਿਉਂਕਿ ਖੂਨੀ ਕਿੰਨਾ ਵੀ ਚਲਾਕ ਹੋਵੇ, ਇੱਕ ਨਾ ਇੱਕ ਦਿਨ ਕਾਨੂੰਨ ਦੇ ਸਕੰਜੇ 'ਚ ਫਸ ਹੀ ਜਾਂਦਾ। ਬੇਸ਼ੱਕ ਤੁਹਾਡੀ ਗੱਲ ਜਮਾਂ ਸਹੀ ਆ। ਜਦ ਤੱਕ ਉਹ ਫੜਿਆ ਨਹੀਂ ਜਾਂਦਾ ਫਿਰ ਸਿਮਰ ਦੀ ਜਾਨ ਨੂੰ ਤਾਂ ਖਤਰਾ ਹੀ ਨਹੀਂ। ਇਹ ਗੱਲ ਤਾਂ ਮੈਂ ਵੀ ਸਮਝਦਾ, ਤਾਂ ਹੀ ਤਾਂ ਫੋਨ ਨਾ ਕਰਕੇ ਖੁਦ ਮਿਲਣ ਆਇਆ ਵੀ ਸਿਮਰ ਨੂੰ ਹੌਸਲਾ ਦੇਵੇ। ਹੌਸਲੇ ਲਈ ਤਾਂ ਤੇਰਾ ਨਾਮ ਹੀ ਕਾਫੀ ਆ ਸੂਰਜ। ਬਾਕੀ ਜੋ ਕਿਸਮਤ 'ਚ ਹੋਣਾ ਹੋਵੇ ਉਹ ਹੋ ਕੇ ਰਹਿੰਦਾ। ਪਰ ਮੈਂ ਬਹੁਤ ਖੁਸ਼ ਆਂਗੀ ਤੂੰ ਮੁਸ਼ਕਲ ਘੜੀ 'ਚ ਮੇਰੇ ਨਾਲ। ਇਹ ਤਾਂ ਮੇਰੀ ਡਿਊਟੀ ਹੈ ਸਿਮਰ, ਪਰ ਤੂੰ ਦੇਖ ਲਈ ਵਕਤ ਆਉਣ ਤੇ ਮੈਂ ਦੋਸਤੀ ਦਾ ਹੱਕ ਵੀ ਅਦਾ ਕਰ ਹੀ ਦਊਂ। ਸੂਰਜ, ਤੇਰੇ ਵੱਲੋਂ ਕੇਸ ਦੇ ਵਿੱਚ ਕੋਈ ਜ਼ਿਆਦਾ ਪ੍ਰੋਸੈਸਿੰਗ ਨਹੀਂ, ਕਿਉਂਕਿ 2 ਦਿਨਾਂ ਵਿੱਚ 4 ਕਤਲ ਹੋ ਗਏ ਸ਼ਹਿਰ 'ਚ ਤੇ ਬੜਾ ਮਾਹੌਲ ਖਰਾਬ ਹੋਇਆ ਪਿਆ। ਸਰ, ਮੈਂ ਪੂਰੀ ਕੋਸ਼ਿਸ਼ ਕਰ ਰਿਹਾ। ਤੇਰੀ ਕੋਸ਼ਿਸ਼ ਕਾਫੀ ਨਹੀਂ, ਹੋਰ ਐਕਟਿਵ ਹੋ। ਸ਼ਹਿਰ 'ਚ 4 ਕਤਲ ਹੋ ਚੁੱਕੇ ਆ ਤੇ ਮੈਨੂੰ ਕੋਈ ਰਿਜ਼ਲਟ ਚਾਹੀਦਾ। ਸਰ, ਮੈਂ ਕੇਸ ਨੂੰ ਹਰ ਐਂਗਲ ਤੋਂ ਲੈ ਕੇ ਚੱਲ ਰਿਹਾ। ਜਲਦੀ ਕੋਈ ਨਾ ਕੋਈ ਕਾਮਯਾਬੀ ਆਪਾਂ ਨੂੰ ਮਿਲ ਹੀ ਜਾਣੀ ਹੈ। ਸੂਰਜ, ਮੈਨੂੰ ਤੇਰੀ ਕਾਬਲੀਅਤ ਤੇ ਪੂਰਾ ਭਰੋਸਾ ਹੈ, ਪਰ ਮੈਂ ਵੀ ਮਜਬੂਰ ਹਾਂ ਕਿਉਂਕਿ ਗੱਲ ਐਮਐਲਏ ਸਾਹਿਬ ਤੱਕ ਪਹੁੰਚ ਚੁੱਕੀ ਹੈ ਤੇ ਸ਼ਹਿਰ ਦੇ ਵਿੱਚ ਵੀ ਤੈਨੂੰ ਪਤਾ ਵੀ ਬੜਾ ਮਾੜਾ ਮਾਹੌਲ ਚੱਲ ਰਿਹਾ। ਸਰ, ਅਗਰ ਅੱਜ ਗਿੰਦਾ ਖਬਰੀ ਨਾ ਮਰਦਾ ਤਾਂ ਮੈਂ ਕਾਤਲ ਦੀ ਤਸਵੀਰ ਘਰ ਘਰ ਪਹੁੰਚਾ ਦੇਣੀ ਸੀ। ਇਸੇ ਗੱਲ ਤੋਂ ਤਾਂ ਪਤਾ ਲੱਗਦਾ ਕਿ ਕਾਤਲ ਆਪਣੀ ਹਰ ਗਤੀਵਿਧੀ ਤੇ ਨਜ਼ਰ ਰੱਖ ਰਿਹਾ। ਸਰ, ਮੈਂ ਖੁਦ ਹੈਰਾਨ ਆ ਵੀ ਗਿੰਦਾ ਮੇਰਾ ਖਬਰੀ ਆ। ਇਹ ਗੱਲ ਕਾਤਲ ਨੂੰ ਕਿਵੇਂ ਪਤਾ ਲੱਗੀ? ਹੋ ਸਕਦਾ ਹੈ ਕਿ ਤੇਰਾ ਹੀ ਨਜ਼ਦੀਕੀ ਉਹਦੇ ਕਾਤਲ ਦੇ ਨਾਲ ਕੋਈ ਮਿਲਿਆ ਵਾ ਹੋਵੇ। ਨਹੀਂ ਨਹੀਂ ਸਰ, ਮੇਰੀ ਪੂਰੀ ਟੀਮ ਬੜੀ ਵਫਾਦਾਰ ਹੈ। ਓਕੇ ਸੂਰਜ, ਇਹ ਤੂੰ ਦੇ ਕੀ ਕਰਨਾ ਕੀ ਨਹੀਂ ਕਰਨਾ, ਪਰ ਮੈਨੂੰ ਜਲਦੀ ਤੋਂ ਜਲਦੀ ਕਾਮਯਾਬੀ ਚਾਹੀਦੀ ਹੈ। ਕਾਤਲ ਕਿਸੇ ਵੀ ਤਰੀਕੇ ਨਾਲ ਫੜੇ ਜਾਣੇ ਚਾਹੀਦੇ ਆ। ਜੀ ਸਰ। ਉਹ ਤੂੰ ਮੈਨੂੰ ਰਹਿ ਦੇਣ ਵਾਲਾ ਹੁੰਦਾ ਕੌਣ ਹੈ? ਆ ਜਿਹੜੀ ਬਘੇਲ ਦੀ ਜ਼ਮੀਨ ਤੇ ਜਾਇਦਾਦ ਆ ਉਹ ਸਾਰੀ ਹੁਣ ਮੇਰੇ ਅੰਡਰ ਹੈ। ਧਮਕੀ ਦੇਣ ਤੋਂ ਪਹਿਲਾਂ ਸੋਚ ਲੈ। ਮੈਂ ਵਕੀਲ ਹਾਂ, ਜੇ ਮੇਰੇ ਡਿੱਕੇ ਚੜ ਗਿਆ ਨਾ। ਹੈਲੋ, ਲੱਗਦਾ ਫੋਨ ਕੱਟ ਗਿਆ। ਮੈਨੂੰ ਧਮਕੀ ਦੇ ਰਿਹਾ ਸੀ, ਪਤਾ ਨਹੀਂ ਕੌਣ ਬੇਵਕੂਫ ਸੀ। ਕਿਹੜੀ ਦੁਨੀਆ 'ਚ ਖੋਏ ਹੋ ਜਨਾਬ? ਮੈਂ ਆ ਕੇ ਖੜੀ ਹੋ ਗਈ, ਤੁਸੀਂ ਮੇਰੇ ਵੱਲ ਦੇਖਿਆ ਤੱਕ ਨਹੀਂ। ਕਾਤਲ ਬਾਰੇ ਸੋਚ ਰਿਹਾ ਸੀਗਾ ਵੀ ਆਖਰ ਉਹ ਚਾਹੁੰਦਾ ਕੀ ਆਗਾ। ਦੇਖ ਹੁਣ ਤੂੰ ਘਰੋਂ ਹੁਣ ਪੂਰੇ ਤੱਕ ਤੁਰ ਕੇ ਆਈਆਂਗੀ। ਉਹ ਚਾਹੁੰਦਾ ਤਾਂ ਤੈਨੂੰ ਖਤਮ ਕਰ ਸਕਦਾ ਸੀ, ਪਰ ਨਹੀਂ। ਹੋ ਸਕਦਾ ਉਹ ਹਜੇ ਤੱਕ ਮੈਨੂੰ ਮਾਰਨਾ ਹੀ ਨਾ ਚਾਹੁੰਦਾ ਹੋਵੇ। ਯੂ ਆਰ ਰਾਈਟ। ਉਹ ਤੈਨੂੰ ਸਿਰਫ ਡਰਾ ਰਿਹਾ, ਮਾਰਨਾ ਨਹੀਂ ਚਾਹੁੰਦਾ, ਕਿਉਂਕਿ ਉਹਨੇ ਜਿਹਨੂੰ ਵੀ ਮਾਰਿਆ ਜ਼ਿਆਦਾ ਟਾਈਮ ਨਹੀਂ ਲਾਇਆ। ਭਲਾ ਮੈਨੂੰ ਡਰਾ ਕੇ ਉਹਨੂੰ ਕੀ ਮਿਲੂ? ਆਹੀ ਗੱਲ ਤਾਂ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਵੀ ਤੈਨੂੰ ਡਰਾ ਕੇ ਉਹਨੂੰ ਕੀ ਮਿਲੂ। ਚਲੋ ਛੱਡੋ, ਅੱਜ ਨਹੀਂ ਤਾਂ ਕੱਲ ਉਹਨੂੰ ਤੁਸੀਂ ਫੜ ਹੀ ਲੈਣਾ। ਫੜਿਆ ਤਾਂ ਉਹ ਜਾਊ, ਪਰ ਕੋਈ ਚਾਂਸ ਤਾਂ ਬਣੇ। ਉਹ ਕਦੋਂ ਕਿਤੇ ਅਟੈਕ ਕਰੂ ਕੁਝ ਪਤਾ ਹੀ ਨਹੀਂ ਚੱਲ ਰਿਹਾ। ਤੂੰ ਆਪਣੇ ਆਪ ਨੂੰ ਇੰਨਾ ਪਰੇਸ਼ਾਨ ਨਾ ਕਰ ਸੂਰਜ, ਵਕਤ ਆਪ ਹੀ ਕੋਈ ਨਾ ਕੋਈ ਰਾਸਤਾ ਬਣਾ ਦੂ, ਉਹ ਵੀ ਬਹੁਤ ਜਲਦੀ। ਮੇਰਾ ਦਿਲ ਕਹਿ ਰਿਹਾ। ਰਾਸਤਾ ਤਾਂ ਬਣ ਹੀ ਜਾਊ, ਬਸ ਇੱਕ ਵਾਰ ਪਤਾ ਲੱਗ ਜੇ ਵੀ ਕਾਤਲ ਦਾ ਅਗਲਾ ਸ਼ਿਕਾਰ ਕੌਣ ਆ। ਮੈਨੂੰ ਧਮਕੀ ਦੇ ਰਿਹਾ ਸੀ, ਪਤਾ ਨਹੀਂ ਕਿਹੜਾ ਪਾਗਲ ਸੀ। ਜਿੱਦੇ ਮੇਰੇ ਡਿੱਕੇ ਚੜ ਗਿਆ ਨਾ,
10-15 ਕੇਸ ਪਾ ਦੂ ਇਕੱਠੇ ਹੀ। ਜੀ ਸਾਹਿਬ, ਤੁਸੀਂ ਤਾਂ ਮੈਨੂੰ ਬਘੇਲ ਸਿੰਘ ਦੀ ਜ਼ਮੀਨ ਦੇਣ ਤੋਂ ਮਨਾ ਕਰਤਾ ਸੀ, ਪਰ ਮੈਂ ਤੁਹਾਨੂੰ ਮੌਤ ਮੁਫਤ 'ਚ ਦੇਵਾਂ। ਕੌਣ ਆ ਤੂੰ? ਜਮਦੂਤ ਆ, ਨਰਕ 'ਚੋਂ ਆਇਆ ਤੈਨੂੰ ਸਿੱਧਾ ਉੱਥੇ ਪਹੁੰਚਾਉਣ ਲਈ। ਤੂੰ ਉਹੀ ਹੈ ਨਾ ਜਿਹਨੇ ਮੈਨੂੰ ਦੁਪਹਿਰੇ ਧਮਕੀ ਦਿੱਤੀ ਸੀ ਤੇਰੇ ਤੇ ਇਹੋ ਜਿਹਾ ਕੇਸ ਪਾਉਂ ਕਚਹਿਰੀਆਂ ਦੇ ਚੱਕਰ ਲਾਉਂਦਾ ਮਰ ਜਾਏਗਾ। ਮੈਂ ਕੇਸ ਦੇ ਚੱਕਰ 'ਚ ਨਹੀਂ ਪੈਂਦਾ, ਸਿੱਧੀ ਮੌਤ ਦੀ ਸਜ਼ਾ ਸੁਣਾਉਣਾ, ਉਹ ਵੀ ਇਸੇ ਟਾਈਮ। ਅਗਰ ਤੂੰ ਮੇਰੀ ਗੱਲ ਮੰਨ ਲਈ ਹੁੰਦੀ ਹੈ, ਕੁੱਤੇ ਦੀ ਮੌਤ ਨਾ ਮਰਦਾ। ਮਰਨ ਵਾਲਾ ਬਘੇਲ ਦਾ ਵਕੀਲ ਸੀ, ਉਹਨੂੰ ਵੀ ਗਲੇ ਤੇ ਛੁਰਾ ਮਾਰ ਕੇ ਮਾਰਿਆ ਗਿਆ। ਸੂਰਜ, ਇਹਦਾ ਮਤਲਬ ਇਹ ਸਾਰੇ ਕੋਲ ਇੱਕੋ ਹੀ ਬੰਦਾ ਕਰ ਰਿਹਾ। ਬਿਲਕੁਲ, ਇਹ 5 ਕਤਲ ਇੱਕੋ ਹੀ ਬੰਦੇ ਨੇ ਕੀਤੇ ਆ। ਇਹ ਕਤਲਾਂ ਦਾ ਸਿਲਸਿਲਾ ਤੇਰੇ ਘਰ ਤੋਂ ਸ਼ੁਰੂ ਹੋ ਕੇ ਤੇਰੇ ਮਾਮੇ ਦੇ ਵਕੀਲ ਤੱਕ ਪਹੁੰਚ ਗਿਆ। ਸੂਰਜ, ਹੋ ਸਕਦਾ ਕਾਤਲ ਕੋਈ ਸਿਮਰ ਦਾ ਰਿਸ਼ਤੇਦਾਰ ਹੀ ਹੋਵੇ, ਤਾਂ ਹੀ ਤਾਂ ਉਹਨਾਂ ਲੋਕਾਂ ਨੂੰ ਟਾਰਗੇਟ ਕਰਦਾ ਹੈ ਜਿਹੜੇ ਸਿਮਰ ਦੇ ਰਿਲੇਸ਼ਨ 'ਚ ਆ। ਫੇਰ ਤਾਂ ਤੇਰਾ ਵੀ ਨੰਬਰ ਲੱਗ ਸਕਦਾ, ਕਿਉਂਕਿ ਤੂੰ ਵੀ ਸਿਮਰ ਦੇ ਰਿਲੇਸ਼ਨ 'ਚ ਆ। ਸੂਰਜ, ਕਿਉਂ ਡਰਾ ਰਿਹਾ ਇਹਨੂੰ? ਇਹ ਕੰਮ ਤਾਂ ਮੈਂ ਹੀ ਬਹੁਤ ਕਰਦੀ ਰਹਿੰਦੀ ਆ। ਡਰਾ ਨਹੀਂ ਰਿਹਾ, ਹੁਸ਼ਿਆਰ ਕਰ ਰਿਹਾ, ਕਿਉਂਕਿ ਕਾਤਲ ਬੜਾ ਹੀ ਬੇਰਹਿਮ ਆ। ਜੇ ਉਹ ਬੇਰਹਿਮ ਆ ਤਾਂ ਹੀ ਤੇ ਖੂਨੀ ਖੇਲ ਖੇਡ ਰਿਹਾ। ਕੱਲਾ ਬੰਦਾ ਸਾਰੇ ਕੰਮ ਇੰਨੀ ਸਫਾਈ ਨਾਲ ਨਹੀਂ ਕਰ ਸਕਦਾ, ਜ਼ਰੂਰ ਕੋਈ ਨਾ ਕੋਈ ਉਹਦਾ ਸਾਥ ਦੇ ਰਿਹਾ। ਹੋ ਸਕਦਾ ਕੋਈ ਤੁਹਾਡੇ ਮਹਿਕਮੇ ਦਾ ਹੀ ਹੋਵੇ। ਹੋ ਵੀ ਸਕਦਾ। ਸਰ ਮੇਰੇ ਵੱਲ ਸਖਤੀ ਨੇ ਗੱਲ ਨਾ ਦੇਖੋ, ਮੈਂ ਪੂਰਾ ਮੰਨਦਾ ਨਾ, ਚਾਹੇ ਇਨਕੁਆਇਰੀ ਕਰ ਲਓ। ਮੈਂ ਤੇਰੇ ਬਾਰੇ ਚ ਜਾਣਦਾ, ਵੈਸੇ ਉਹਦਾ ਸਾਥ ਦੇਣ ਵਾਲਾ ਜੋ ਕੋਈ ਵੀ ਆ ਜਲਦੀ ਤੇਰੇ ਨਿਸ਼ਾਨੇ ਤੇ ਹੋਊ। ਯਾਰ ਹੁਣ ਨਾ 1-2 ਮਿੰਟ ਵੀ ਔਖੇ ਲੰਘਦੇ ਆਗੇ, ਡਰ ਲੱਗਦਾ ਰਹਿੰਦਾ, ਪਤਾ ਨਹੀਂ ਕਤਲ ਕਦੋਂ ਆ ਕੇ ਮਾਰ ਦੂ ਮੈਨੂੰ। ਕਾਤਲ ਬਾਰੇ ਕਿਉਂ ਗੱਲ ਕਰ ਰਹੀ ਹੈ? ਉਹ ਆਵੇ ਚਾਹੇ ਨਾ ਆਵੇ, ਆਪਾਂ ਸੋਚ ਸੋਚ ਕੇ ਐਵੇਂ ਮਰੀ ਜਾਂਦੇ ਹਾਂ। ਉਹ ਨਹੀਂ ਹੁੰਦਾ, ਇਹ ਗੱਲ ਵੱਖਰੀ ਆ, ਪਰ ਉਹ ਆ ਤਾਂ ਕਦੇ ਵੀ ਸਕਦਾ। ਮੈਂ ਤੇਰੀ ਗੱਲ ਨਾਲ ਪੂਰੀ ਸਹਿਮਤ ਹਾਂ, ਫਿਰ ਵੀ ਸੂਰਜ ਤੇਰੇ ਘਰ ਦੇ ਬਾਹਰ ਪਹਿਰਾ ਕਾਤੋਂ ਨਹੀਂ ਲਾਉਂਦਾ ਪੁਲਿਸ ਦਾ? ਇਹਦੇ 'ਚ ਵੀ ਕੋਈ ਨਾ ਕੋਈ ਵਜ੍ਹਾ ਹੀ ਹੋਊ। ਵਜ੍ਹਾ ਤਾਂ ਸਾਫ਼ ਨਜ਼ਰ ਆਉਂਦੀ ਆ। ਸੂਰਜ ਇਹ ਚਾਹੁੰਦਾ ਕਿ ਕਾਤਲ ਤੇਰੇ ਤੇ ਵਾਰ ਕਰੇ ਤੇ ਉਹ ਉਹਨੂੰ ਫੜ ਲਵੇ। ਚੰਗੀ ਗੱਲ ਆ, ਇੱਕ ਵਾਰ 'ਚ ਇਹ ਖੂਨੀ ਖੇਲ ਖਤਮ ਹੋ ਜੂ। ਅਗਰ ਤੈਨੂੰ ਕੁਝ ਹੋ ਗਿਆ ਫੇਰ? ਇਸ ਗੱਲ ਦਾ ਜਵਾਬ ਤਾਂ ਹੈ ਨਹੀਂ ਮੇਰੇ ਕੋਲੇ, ਪਰ ਹਾਂ ਇੱਕ ਗੱਲ ਜ਼ਰੂਰ ਕਹੂੰ, ਮੈਂ ਇਹ ਜ਼ਿੰਦਗੀ ਸੂਰਜ ਨਾਮ ਕਰਤੀ ਆ, ਹੁਣ ਉਹਨੂੰ ਮੇਰੇ ਨਾਲੋਂ ਵੱਧ ਫਿਕਰ ਆ। ਸੱਤ ਬਚਨ ਮੈਡਮ ਜੀ। ਲੱਗਦਾ ਤੈਨੂੰ ਮੇਰੀ ਇਹ ਗੱਲ ਕੁਝ ਜ਼ਿਆਦਾ ਹੀ ਪਸੰਦ ਨਹੀਂ ਆਈ। ਚਲੋ ਸੌਂਨੇ ਆ। ਕੀ ਹੋਇਆ? ਆਹ ਕੀ ਹੋਇਆ? ਕਾਤਲ ਨੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ। ਸਿਮਰ ਕਿੱਥੇ ਆ? ਉਹ ਵੀ ਘਰੋਂ ਨਿਕਲ ਕੇ ਭੱਜੀ ਸੀ ਮੇਰੇ ਨਾਲੋਂ ਪਹਿਲਾਂ। ਮੈਂ ਸੋਚਿਆ ਤੇਰੇ ਕੋਲੋਂ ਕੀ ਨਹੀਂ ਆਈ ਇੱਥੇ। ਠੀਕ ਆ, ਥੋੜੀ ਦੇਰ ਉਡੀਕਦੇ ਆ, ਅਗਰ ਆ ਗਈ ਠੀਕ ਆ, ਨਹੀਂ ਤਾਂ ਦੇਖਣ ਚੱਲਾਂਗੇ। ਹਾਂ ਆ ਵੀ ਠੀਕ ਰਹੂ। ਠੀਕ ਆ, ਚਲੋ ਦੇਖਦੇ ਆ। ਹਾਂ ਚਲ। ਆਖਰ ਕਿੱਥੇ ਗਈ ਹੂ ਉਹ? ਸੂਰਜ, ਸਿਮਰ ਨੂੰ ਕਿਤੇ ਕੁਛ ਹੋ ਨਾ ਗਿਆ ਹੋਵੇ। ਜੀ ਸਰ ਮੈਂ ਤੁਹਾਡੇ ਦੱਸੇ ਸਾਰੇ ਟਿਕਾਣੇ ਅੱਡੇ ਦੇਖੇ ਹੈ, ਸਿਮਰ ਮੈਡਮ ਦਾ ਮੈਨੂੰ ਕੋਈ ਪਤਾ ਨਹੀਂ ਲੱਗਾ। ਆਖਰ ਉਹ ਗਾਇਬ ਕਿੱਥੇ ਹੋ ਗਈ? ਹਾਂ ਲੱਖਾ ਸਿੰਘ, ਉਹਨਾਂ ਦੇ ਘਰ ਦੇ ਅੱਗੇ ਨਾ ਇੱਕ ਸੀਸੀਟੀ ਕੈਮਰਾ, ਮੈਨੂੰ ਉਹਦੀ ਰਾਤ ਵਾਲੀ ਸਾਰੀ ਫੁਟੇਜ ਚਾਹੀਦੀ ਆ। ਠੀਕ ਆ, ਤੁਸੀਂ ਜਾਓ ਤੇ ਆਪਣਾ ਕੰਮ ਕਰੋ, ਮੈਨੂੰ ਲੋੜ ਹੋਈ ਤਾਂ ਮੈਂ ਫੋਨ ਕਰਕੇ ਬੁਲਾ ਲੂੰ। ਜੀ ਸਰ। ਜਦੋਂ ਕਾਤਲ ਨੇ
ਤੁਹਾਡੇ ਤੇ ਅਟੈਕ ਕੀਤਾ ਉਦੋਂ ਤੁਸੀਂ ਦੋਵੇਂ ਕੀ ਕਰ ਰਹੀਆਂ ਸੀ? ਮੈਂ ਤਾਂ ਸੌਣਾ ਹੀ ਸੀ, ਅਚਾਨਕ ਸਿਮਰ ਦੀ ਚੀਕ ਵੱਜੀ ਤੇ ਮੈਂ ਉੱਠ ਗਈ। ਉੱਠਦੇ ਹੀ ਕੀ ਦੇਖਿਆ ਤੂੰ? ਕਾਤਲ ਸਾਹਮਣੇ ਖੜਾ ਸੀ, ਹੱਥ 'ਚ ਛੁਰਾ ਲੈ ਕੇ। ਤੂੰ ਉਹਦੀ ਸ਼ਕਲ ਦੇਖੀ ਕਿਹੋ ਜਿਹੀ ਸੀ? ਦਰਅਸਲ ਮੈਂ ਇੰਨਾ ਘਬਰਾ ਗਈ ਸੀ ਕਿ ਉਹਦਾ ਚਿਹਰਾ ਠੀਕ ਤਰ੍ਹਾਂ ਦੇਖ ਹੀ ਨਹੀਂ ਸਕੀ। ਫੇਰ ਉਸ ਤੋਂ ਬਾਅਦ ਕੀ ਹੋਇਆ? ਉਹਨੇ ਸਿਮਰ ਤੇ ਵਾਰ ਕੀਤਾ, ਉਹ ਡਰ ਕੇ ਬਾਹਰ ਨੂੰ ਭੱਜੀ, ਮੈਂ ਵੀ ਉਹਦੇ ਪਿੱਛੇ ਭੱਜੀ। ਇਹ ਸਭ ਇੰਨੀ ਤੇਜ਼ੀ ਨਾਲ ਹੋਇਆ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਸਿਮਰ ਕਿੱਧਰ ਨੂੰ ਗਈ। ਚਲੋ ਸੱਚਾਈ ਜੋ ਵੀ ਆ ਥੋੜੀ ਦੇਰ ਕੀ ਸਾਹਮਣੇ ਆ ਜਾਊ, ਬਸ ਮੈਂ ਇੱਕ ਵਾਰੀ ਰਾਤ ਵਾਲੀ ਫੁਟੇਜ ਦੇਖ ਲਾਂ। ਚਲੋ ਕਿੱਥੇ ਚੱਲਣ ਨੂੰ ਕਹਿ ਰਹੇ ਹੋ? ਹਾਂ, ਜਿੰਨਾ ਦੇਰ ਫੁਟੇਜ ਨਹੀਂ ਆਉਂਦੀ ਆਪਾਂ ਆਪਣੇ ਬੇਸ ਤੇ ਥੋੜੀ ਇਨਕੁਆਇਰੀ ਕਰਾਂਗੇ। ਤੂੰ ਜਾ ਸੂਰਜ, ਮੈਂ ਘਰ ਜਾਨੀ ਆ, ਤੈਨੂੰ ਬਾਅਦ 'ਚ ਮਿਲੂ। ਓਕੇ, ਤੇਰੀ ਮਰਜ਼ੀ, ਫਿਰ ਆਪਾਂ ਬਾਅਦ 'ਚ ਮਿਲਦੇ। ਮੈਂ ਤਾਂ ਆਖਿਆ ਮੈਂ ਹੀ ਲੇਟ ਹੋ ਗਈ ਇੱਥੇ ਪਹੁੰਚਣ ਤੇ, ਪਰ ਸੂਰਜ ਅਜੇ ਤੱਕ ਵੀ ਨਹੀਂ ਆਇਆ। ਤੇ ਹੁਣ ਕਦੇ ਆਉਣਾ ਨਹੀਂ? ਕੀ ਮਤਲਬ? ਮਤਲਬ ਹੁਣ ਕੀ ਰਹਿ ਗਿਆ ਮੈਡਮ ਨੂੰ? ਦੁਪਹਿਰੇ ਦਫ਼ਤਰੋਂ ਆਉਂਦਿਆਂ ਸੂਰਜ ਸਰ ਦੀ ਗੱਡੀ ਦੁਰਘਟਨਾ ਦਾ ਸ਼ਿਕਾਰ ਹੋ ਗਈ। ਸੂਰਜ ਠੀਕ ਤਾਂ ਹੈ? ਨਹੀਂ ਮੈਡਮ, ਉਹਨੇ ਤਾਂ ਮੌਕੇ ਤੇ ਮੌਤ ਹੋ ਗਈ। ਸਭ ਖਤਮ ਹੋ ਗਿਆ। ਸਿਮਰ ਲਾਪਤਾ ਹੋ ਗਈ ਤੇ ਸੂਰਜ ਦੀ ਅਚਾਨਕ ਮੌਤ ਹੋ ਗਈ। ਮੈਨੂੰ ਲੱਗਦਾ ਸੂਰਜ ਸਰ ਦੇ ਕਤਲ ਪਿੱਛੇ ਵੀ ਉਸੇ ਖੂਨੀ ਦਾ ਹੱਥ ਹੈ। ਤੂੰ ਮਰਿਆ ਨਹੀਂ, ਜਿਉਣਾ ਹਜੇ ਤੱਕ। ਮੈਂ ਕਦੇ ਵੀ ਨਹੀਂ ਮਰਨਾ, ਪੂਰਾ ਨੂੰ ਮਾਰਨਾ। ਤੇਰੀ ਮਾਂ, ਤੇਰਾ ਭਾਈ, ਤੇਰਾ ਮਾਮਾ ਤੇ ਹੋਰ ਵੀ ਬੜੇ ਆ, ਤੈਨੂੰ ਪਤਾ ਹੀ ਆ। ਕਿਉਂ ਕਹਿ ਰਿਹਾ ਤੂੰ ਇਹ ਖੂਨੀ ਖੇਲ? ਪੈਸੇ ਲਈ। ਭਲਾ ਮੈਨੂੰ ਮਾਰਨ ਦੇ ਪੈਸੇ ਤੈਨੂੰ ਕੌਣ ਦਊ? ਮੇਰਾ ਪਾਰਟਨਰ, ਸਾਰਾ ਕੁਝ ਤੇਰਾ ਉਹਦੇ ਨਾਂ ਹੀ ਹੋ ਜਾਣਾ। ਮੇਰਾ ਸਭ ਕੁਝ ਤੇਰੇ ਪਾਰਟਨਰ ਦੇ ਨਾਮ ਹੋ ਜਾਣਾ? ਕੌਣ ਆ ਤੇਰਾ ਪਾਰਟਨਰ? ਇੱਧਰ ਨਹੀਂ, ਇੱਧਰ ਦੇਖ। ਤੂੰ? ਹਾਂ ਮੈਂ। ਕਿਉਂ, ਤੈਨੂੰ ਉਮੀਦ ਨਹੀਂ ਸੀ ਵੀ ਐਡਾ ਵੱਡਾ ਧੋਖਾ ਮੈਂ ਤੇਰੇ ਨਾਲ ਕਰੂੰ? ਮੈਂ ਤਾਂ ਸੋਚ ਵੀ ਨਹੀਂ ਸਕਦੀ ਸੀ। ਮੈਂ ਜਿਹੜਾ ਕੁਝ ਕੀਤਾ ਇਹ ਕਰਨ ਬਾਰੇ ਸੋਚ ਤੱਕ ਵੀ ਨਹੀਂ ਸਕਦੀ ਸੀ। ਇਹ ਸਭ ਤੇਰੇ ਕਰਕੇ ਹੋਇਆ। ਮੇਰੇ ਕਰਕੇ? ਹਾਂ ਤੇਰੇ ਕਰਕੇ। ਤੈਨੂੰ ਪਤਾ ਸੀ ਨਾ ਵੀ ਮੈਂ ਤੈਨੂੰ ਇੱਕ ਵਾਰੀ ਗੱਲ ਕਹੀ ਸੀ ਵੀ ਤੇਰਾ ਜਦੋਂ ਜੀ ਕਰਦਾ ਤੂੰ ਪੈਸੇ ਮੰਗਾ ਲੈਂਦੀ ਘਰੋਂ, ਪਰ ਮੈਂ ਗਰੀਬ, ਤੇਰੇ ਦਿੱਤੇ ਕੱਪੜੇ ਪਾਉਣੀਆਂ। ਹਾਂ, ਮੈਨੂੰ ਸਭ ਯਾਦ ਆ। ਮੈਂ ਕਿਹਾ ਸੀ ਵੀ ਆਪਣੀ ਅੱਧੀ ਜਾਇਦਾਦ ਤੇਰੇ ਨਾਮ ਕਰ ਦੂੰ, ਫਿਰ ਆਪਾਂ ਬਰਾਬਰ ਦੇ ਹੋ ਜਾਵਾਂਗੇ, ਤੇ ਤੈਨੂੰ ਇੱਕ ਕੋਰੇ ਕਾਗਜ਼ ਤੇ ਸਾਈਨ ਕਰਕੇ ਦਿੱਤੇ ਸੀ। ਬਸ ਤੇਰੇ ਸਾਈਨ ਕੀਤੇ ਕੋਰੇ ਕਾਗਜ਼ ਤੇ ਖੂਨੀ ਖੇਡ ਇੱਥੋਂ ਸ਼ੁਰੂ ਹੁੰਦਾ। ਮੈਂ ਆਪਣੇ ਭਰਾ ਨੂੰ ਦੱਸਿਆ। ਮੈਂ ਇਹਨੂੰ ਕਿਹਾ ਇਹ ਕਾਗਜ਼ ਆਪਣੇ ਲਈ ਤਾਂ ਕਰੋੜਾਂ ਦੀ ਲਾਟਰੀ ਬਣ ਸਕਦਾ। ਫਿਰ ਮੈਂ ਤੂੰ ਪੁੱਛਿਆ ਉਹ ਕਿਵੇਂ? ਫਿਰ ਮੈਂ ਇਹਨੂੰ ਸਾਰਾ ਪਲਾਨ ਸਮਝਾਇਆ। ਤੂੰ ਸਾਰਿਆਂ ਨੂੰ ਇੰਨੀ ਆਸਾਨੀ ਨਾਲ ਮਾਰਦਾ ਸੀ, ਫਿਰ ਮੈਨੂੰ ਕਿਉਂ ਨਹੀਂ ਖਤਮ ਕੀਤਾ? ਅਸੀਂ ਦੋਵੇਂ ਭੈਣ ਭਰਾ ਤੈਨੂੰ ਮਾਰਨਾ ਨਹੀਂ ਚਾਹੁੰਦੇ ਸੀ, ਤੈਨੂੰ ਸਿਰਫ ਡਰਾ ਕੇ ਪਾਗਲ ਕਰਨਾ ਚਾਹੁੰਦੇ ਸੀ ਕਿ ਤੂੰ ਇੱਕ ਕੋਨੇ 'ਚ ਪਈ ਰਵੇਂ ਤੇ ਅਸੀਂ ਦੋਵੇਂ ਤੇਰੀ ਦੌਲਤ ਤੇ ਐਸ਼ ਕਰੀਏ। ਹੁਣ ਵੀ ਐਂ ਕਰਾਂਗੇ ਕਿਉਂਕਿ ਤੇਰਾ ਤਾਂ ਇਸ ਦੁਨੀਆ ਤੇ ਹੋਰ ਕੋਈ ਹੈ ਨਹੀਂ। ਹਾਂ ਮੈਂ ਤੈਨੂੰ ਇੱਕ ਖੁਸ਼ਖਬਰੀ ਤਾਂ ਦੇਣਾ ਹੀ ਭੁੱਲ ਗਈ। ਤੇਰੇ ਬॉयਫ੍ਰੈਂਡ ਸੂਰਜ ਦਾ ਨਾਮ ਮਰਨ ਵਾਲਿਆਂ ਦੀ ਲਿਸਟ 'ਚ ਸ਼ਾਮਿਲ ਹੋ ਗਿਆ। ਕੀ ਕਿਹਾ? ਸੂਰਜ ਵੀ ਮਰ ਗਿਆ? ਹਾਂ ਇਹ ਸੱਚ ਕਹਿ ਰਹੀ ਆ। 2 ਘੰਟੇ ਪਹਿਲਾਂ ਹੀ ਮੈਂ ਉਹਦੀ ਗੱਡੀ 'ਚ ਉਹਦੀ ਚਿਤਾ ਬਣਾਤੀ। ਤੂੰ ਐ ਕਿਉਂ ਕੀਤਾ ਸੈਨਾਲ? ਮੈਂ ਵੈਸੇ ਵੀ ਆਪਣਾ ਸਭ ਕੁਝ ਤੇਰੇ ਨਾਮ ਕਰ ਦੇਣਾ ਸੀ।
ਸੌਰੀ ਮਾਈ ਡੀਅਰ, ਮੈਂ ਭੀਖ ਲੈਣ 'ਚ ਵਿਸ਼ਵਾਸ ਨਹੀਂ ਕਰਦੀ। ਤੂੰ ਇਹ ਬਹੁਤ ਗਲਤ ਕੀਤਾ ਸਹਿਨਾਜ। ਜ਼ਿਆਦਾ ਦੁਖੀ ਨਾ ਹੋ, ਮੈਂ ਤੈਨੂੰ ਵੀ ਤੇਰੇ ਸੂਰਜ ਕੋਲੇ ਭੇਜ ਦਿੰਨਾ। ਤੂੰ ਚਾਹੁੰਦਾ ਕਿ ਕਿਉਂ ਸਾਰੇ ਸਰਪ੍ਰਾਈਜ਼ ਤੁਸੀਂ ਦੇ ਰਹੇ ਆ? ਮੈਨੂੰ ਵੀ ਮੌਕਾ ਦਿਓ। ਆਖਰ ਮੈਂ ਸਰਕਾਰ ਤੋਂ ਤਨਖਾਹ ਲੈਣਾ। ਲਗਾ ਸਿੰਘ ਹਾਂਜੀ ਸਰ। ਸਿਮਰ ਨੂੰ ਖੋਲ ਦੇ। ਲਓ ਸਾਹਿਬ। ਸਹਿਨਾਜ, ਉਸ ਰਾਤ ਜਦੋਂ ਤੂੰ ਮੇਰੇ ਘਰ ਆਈ ਸੀ ਨਾ ਤੇ ਤੈਨੇ ਦੱਸਿਆ ਵੀ ਸਿਮਰ ਤੇ ਤੂੰ ਇਕੱਠੀਆਂ ਘਰੋਂ ਨਿਕਲੀਆਂ ਸੀ ਤੇ ਮੈंने ਫੋਟੋ ਚੈੱਕ ਕੀਤੀ ਤਾਂ ਤੂੰ ਕੱਲੀ ਘਰੋਂ ਨਿਕਲੀ ਸੀ। ਪਹਿਲੀ ਵਾਰ ਮੈਨੂੰ ਤੇਰੇ ਤੇ ਸ਼ੱਕ ਹੋਇਆ, ਇਸ ਲਈ ਮੈਂ ਮਰਨ ਦਾ ਨਾਟਕ ਕੀਤਾ ਤੇ ਤੇਰਾ ਫੋਨ ਟ੍ਰੇਸ ਤੇ ਲਾਤਾ ਤੇ ਤੁਸੀਂ ਖੁੱਲ ਕੇ ਸਾਹਮਣੇ ਆ ਗਏ। ਡੀਐਸਪੀ, ਮੈਂ ਖੁਦ ਤੇਰੀ ਗੱਡੀ ਨੂੰ ਡਾਇਆ, ਤੂੰ ਬਚ ਕਿਵੇਂ ਗਿਆ? ਮੈਂ ਇਸ ਗੱਲ ਬਾਰੇ ਜਾਣ ਚੁੱਕਿਆ ਸੀ ਵੀ ਹੁਣ ਮੇਰੇ ਤੇ ਜਾਨਲੇਵਾ ਹਮਲਾ ਹੋਊਗਾ, ਕਿਉਂਕਿ ਮੈਂ ਤੇਜ਼ੀ ਨਾਲ ਕਾਤਲ ਵੱਲ ਵਧ ਰਿਹਾ ਸੀਗਾ। ਹਾਂ, ਤੂੰ ਮੇਰੀ ਗੱਡੀ ਦਾ ਬਲਾਸਟ ਕਰਤੀ, ਪਰ ਮੈਂ ਉਸ ਤੋਂ ਪਹਿਲਾਂ ਹੀ ਛਾਲ ਮਾਰ ਚੁੱਕਿਆ ਸੀ ਕਿਉਂਕਿ ਮੈਂ ਐਕਟਿਵ ਸੀ। ਡੀਐਸਪੀ ਸੂਰਜ, ਬੜੇ ਕਿੱਸੇ ਸੁਣਿਆ ਤੇਰੀ ਬਹਾਦਰੀ ਦੇ, ਪਰ ਤੇਰੇ ਚ ਇੰਨਾ ਦਮ ਹੈ ਨਹੀਂ। ਤੂੰ ਨਾ ਹਥਿਆਰ ਦੇ ਸਿਰ ਤੇ ਛਾਲਾ ਮਾਰਦਾ। ਓਏ ਜਿਹੜੇ ਮੇਰੇ ਬਾਰੇ ਚ ਨਹੀਂ ਜਾਣਦੇ ਨਾ, ਉਹੀ ਮੇਰੇ ਬਾਰੇ ਭੌਂਕਦੇ ਆ, ਕਿਉਂਕਿ ਅਣਜਾਣ ਲੋਕਾਂ ਦੇ ਭੌਂਕਣਾ ਕੁੱਤਿਆਂ ਦੀ ਆਦਤ ਹੁੰਦੀ ਆ। ਮੇਰਾ ਨਾ ਸਹਿਵਾ ਸਾਰਾ ਹਿਸਾਬ ਕਿਤਾਬ ਮੈਂ ਇੱਕ ਵਾਰ 'ਚ ਹੀ ਪੂਰਾ ਕਰ ਦੂੰ। ਤੂੰ ਪਿਸਤੌਲ ਸਾਈਡ ਤੇ ਰੱਖ। ਓਏ ਜਦੋਂ ਤੱਕ ਉੱਠ ਪਹਾੜ ਦੇ ਨੀਚੇ ਨਹੀਂ ਨਾ ਹੁੰਦਾ, ਉਹਨੂੰ ਆਪਣੀ ਉਚਾਈ ਤੇ ਮਾਣ ਨਹੀਂ ਹੁੰਦਾ। ਸਿਮਰ, ਅਗਰ ਸਹਿਨਾਜ ਮਿਲੇ ਨਾ, ਇਹਨੂੰ ਗੋਲੀ ਮਾਰ ਦੇ। ਲੱਖਾ ਸਿੰਘ, ਇਹਨੂੰ ਲੈ ਕੇ ਆਪਣੇ ਦਫ਼ਤਰ ਪਹੁੰਚ ਤੇ ਨਾਲੇ ਡਾਕਟਰ ਨੂੰ ਬੁਲਾ ਲਈ। ਮੈਂ ਵੀ ਪਹੁੰਚਦਾ। ਜੀ ਸਰ। ਮੈਨੂੰ ਲੱਗਦਾ ਸਾਹਿਬ ਤੁਸੀਂ ਇਹਦੀ ਜੇ ਹੋਰ ਸੇਵਾ ਕਰੋਗੇ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਪੈਸੇ ਦੇ ਲਾਲਚ 'ਚ ਆ ਕੇ ਇਨਸਾਨ ਸ਼ੈਤਾਨ ਬਣ ਜਾਂਦਾ। ਲਾਲਚ ਬੁਰੀ ਬਲਾ ਹੈ, ਇਹਦੇ ਤੋਂ ਬਚ ਕੇ ਰਹੋ। ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ। ਤੁਸੀਂ ਜਿਹੜਾ ਖੂਨੀ ਖੇਲ ਖੇਲਿਆ ਨਾ ਦੋਵੇਂ ਭੈਣ ਭਰਾਵਾਂ ਨੇ, ਕਾਨੂੰਨ ਤੁਹਾਨੂੰ ਇਹਦੀ ਬਹੁਤ